ਹੈਲੋ ਦੋਸਤੋ, ਸਾਰਿਆਂ ਨੂੰ ਜੈ ਮਸੀਹ ਦੀ। ਪਿਤਾ ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਬਲੈਸ ਕਰੋ। ਅੱਜ ਅਸੀਂ ਸੱਚੇ ਮਸੀਹ ਬਾਰੇ ਗੱਲ ਕਰਾਂਗੇ। ਜਿਵੇਂ ਅਸੀਂ ਦੇਖਦੇ ਹਾਂ ਕਿ ਅੱਜ ਦੁਨੀਆ ਦੇ ਦੋ ਤਰ੍ਹਾਂ ਦੇ ਮਸੀਹ ਪਾਏ ਜਾਂਦੇ ਆ। ਇੱਕ ਸੱਚੇ ਮਸੀਹ ਜਿਹੜੇ ਪਰਮੇਸ਼ਵਰ ਨਾਲ ਜੁੜੇ, ਇੱਕ ਝੂਠੇ ਮਸੀਹ ਜਿਹੜੇ ਆਪਣੇ ਵੱਲੋਂ ਕਹਿੰਦੇ ਤਾਂ ਲੋਕਾਂ ਨੂੰ ਇਹ ਹੈ ਕਿ ਅਸੀਂ ਪਰਮੇਸ਼ਵਰ ਨਾਲ ਜੁੜੇ ਹੋਏ ਹਾਂ, ਪਰ ਜੁੜੇ ਹੋ ਦੁਨੀਆਦਾਰੀ ਦੇ ਨਾਲ ਹੀ, ਉਹ ਪਰਮੇਸ਼ਵਰ ਨਾਲ ਨਹੀਂ ਜੁੜੇ। ਹੁਣ ਅਸੀਂ ਦੇਖਦੇ ਹਾਂ ਕਿ ਇਹਨਾਂ ਦੋਨਾਂ 'ਚ ਡਿਫਰੈਂਟ ਕੀ ਹੈ। ਮਤਲਬ ਸੱਚੇ ਮਸੀਹ ਜਿਹੜੇ ਲੋਕ ਆ, ਝੂਠੇ ਮਸੀਹ ਦਾ ਪਤਾ ਕਿੱਦਾਂ ਲੱਗਦਾ ਕਿ ਉਹ ਸੱਚਾ ਆ ਕਿ ਝੂਠਾ ਮਸੀਹ ਆ। ਜਿਵੇਂ ਅਸੀਂ ਪੜ੍ਹਦੇ ਹਾਂ, ਸੱਚੇ ਮਸੀਹ ਲੋਕ ਉਹ ਆ ਜਿਹੜੇ ਪਰਮੇਸ਼ਵਰ 'ਤੇ ਵਿਸ਼ਵਾਸ ਰੱਖਦੇ। ਸੱਚਾ ਮਸੀਹ ਆ ਉਹ ਹਮੇਸ਼ਾ ਪਰਮੇਸ਼ਵਰ 'ਤੇ ਵਿਸ਼ਵਾਸ ਰੱਖਦਾ, ਪਰਮੇਸ਼ਵਰ ਦੀ ਮਹਿਮਾ ਕਰਦਾ। ਹਰ ਟਾਈਮ ਮਤਲਬ ਪਿਤਾ ਪਰਮੇਸ਼ਵਰ ਦੀ ਮਹਿਮਾ ਕਰਦੇ ਕਿ ਮੈਨੂੰ ਜੋ ਦਿੱਤਾ ਮੇਰੇ ਪਰਮੇਸ਼ਵਰ ਨੇ ਦਿੱਤਾ। ਇਹ ਹਰ ਚੀਜ਼ ਮੇਰੇ ਸਾਹ ਚੱਲਦੇ ਨੇ ਪਰਮੇਸ਼ਵਰ ਦੀ ਦਇਆ ਨਾਲ ਚੱਲਦੇ ਨੇ। ਮੈਂ ਰੋਟੀ ਖਾਣਾ, ਮੈਂ ਆਪਣੇ ਪਰਮੇਸ਼ਵਰ ਦੀ ਦਇਆ ਦੇ ਨਾਲ ਕਰਦਾ। ਮੇਰਾ ਕੰਮ ਚੱਲਦਾ, ਮੇਰੇ ਪਿਤਾ ਪਰਮੇਸ਼ਵਰ ਦੀ ਦਇਆ ਦੇ ਨਾਲ ਚੱਲਦਾ। ਮੇਰੇ ਪਿਤਾ, ਮੈਂ ਪ੍ਰਾਰਥਨਾ ਕਰਦਾ, ਮੇਰੇ ਪਿਤਾ ਪਰਮੇਸ਼ਵਰ ਮੇਰੇ ਨਾਲ ਗੱਲ ਕਰਦੇ ਪ੍ਰਾਰਥਨਾ 'ਚ, ਮੈਂ ਪਿਤਾ ਦੇ ਪਰਮੇਸ਼ਵਰ ਦੀ ਦਇਆ ਦੇ ਨਾਲ ਪ੍ਰਾਰਥਨਾ 'ਚ ਬੈਠਦਾ ਹਾਂ। ਮੈਂ ਫਾਸਟਿੰਗ ਕਰਦਾ, ਪਿਤਾ ਪਰਮੇਸ਼ਵਰ ਦੀ ਦਇਆ ਦੇ ਨਾਲ ਮੇਰੀ ਫਾਸਟਿੰਗ ਪੂਰੀ ਹੁੰਦੀ ਹੈ। ਮੈਂ ਬਾਈਬਲ ਪੜ੍ਹਦਾ, ਪਿਤਾ ਪਰਮੇਸ਼ਵਰ ਆਪਣੀ ਦਇਆ ਦੇ ਨਾਲ ਮੈਨੂੰ ਵਚਨ ਸਮਝਾਉਂਦੇ ਆ। ਉਹ ਹਰ ਟਾਈਮ ਪਿਤਾ ਪਰਮੇਸ਼ਵਰ ਦੀ ਮਹਿਮਾ ਕਰਦਾ ਵਾ, ਪਰਮੇਸ਼ਵਰ ਦੇ ਵਚਨਾਂ 'ਤੇ ਚੱਲਦਾ। ਮਤਲਬ ਜੋ ਉਹਨੂੰ ਪਿਤਾ ਪਰਮੇਸ਼ਵਰ ਨੇ ਕਿਹਾ ਕਿ ਤੂੰ ਮੇਰੇ ਵਚਨਾਂ 'ਤੇ ਚੱਲਣਾ, ਝੂਠ ਨਹੀਂ ਬੋਲਣਾ, ਚੋਰੀ ਨਹੀਂ ਕਰਨੀ, ਉਹਨਾਂ ਵਚਨਾਂ 'ਤੇ ਚੱਲਦਾ ਜੋ ਪਰਮੇਸ਼ਵਰ ਨੇ ਉਹਨੂੰ ਕਿਹਾ। ਸੱਚਾ ਮਸੀਹ ਜਿਹੜਾ ਉਹ ਪਿਤਾ ਪਰਮੇਸ਼ਵਰ ਦੇ ਵਚਨਾਂ 'ਤੇ ਚੱਲਦਾ। ਉਹ ਪਾਪਾਂ ਤੋਂ ਦੂਰ ਰਹਿੰਦਾ, ਉਹ ਹਰ ਚੀਜ਼ ਤੋਂ ਦੂਰ ਰਹਿੰਦਾ ਜੋ ਉਹਨੂੰ ਪਾਪਾਂ ਵੱਲ ਲੈ ਕੇ ਜਾਂਦੀ ਹੈ। ਜਿਵੇਂ ਅਸੀਂ ਦੇਖਦੇ ਹਾਂ ਕਿ ਟੀਵੀ 'ਚ ਗੰਦੀਆਂ ਫਿਲਮਾਂ ਚੱਲਦੀਆਂ, ਫੋਨ 'ਚ ਗੰਦੇ ਮਤਲਬ ਪਿਕਚਰ ਆਉਂਦੀਆਂ ਨੇ, ਉਹਨਾਂ ਚੀਜ਼ਾਂ ਤੋਂ ਦੂਰ ਰਹਿੰਦਾ। ਉਹ ਉਸ ਹਰ ਚੀਜ਼ ਨੂੰ ਦੂਰ ਰੱਖਦਾ ਜੋ ਉਹਨੂੰ ਪਾਪਾਂ ਵੱਲ ਲੈ ਕੇ ਜਾਂਦੀ ਹੈ। ਜਿਵੇਂ ਉਹਨੇ ਮਤਲਬ ਕੋਈ ਇਨਸਾਨ ਹੈ, ਉਹਦਾ ਜਿਹੜਾ ਦੋਸਤ ਹੈ ਸ਼ਰਾਬ ਪੀਂਦਾ, ਉਹ ਆਪਣੇ ਦੋਸਤ ਤੋਂ ਦੂਰ ਰਹਿੰਦਾ ਕਿਉਂਕਿ ਉਹਨੂੰ ਪਤਾ ਕਿ ਉਹ ਸ਼ੈਤਾਨ ਦਾ ਕੰਮ ਕਰੇਗਾ। ਦੋਸਤ ਆ ਉਹਦੇ ਲਈ ਸ਼ੈਤਾਨ ਦਾ ਕੰਮ ਕਰੇਗਾ, ਜੇ ਉਹਦੇ ਨਾਲ ਰਹੇਗਾ ਤਾਂ ਉਹਦਾ ਸ਼ੈਤਾਨ ਉਹਦੀ ਜ਼ਿੰਦਗੀ 'ਚ ਕੰਮ ਕਰੇਗਾ। ਇਸ ਲਈ ਉਸ ਆਪਣੇ ਦੋਸਤ ਤੋਂ ਦੂਰ ਰਹਿੰਦਾ, ਇਸ ਲਈ ਕਿ ਉਹ ਜਿਹੜਾ ਪਾਪ ਆ ਉਹ ਨਾ ਕਰ ਸਕੇ। ਉਹ ਪਾਪਾਂ ਤੋਂ ਦੂਰ ਰਹਿੰਦਾ ਆਪਣੀ ਜ਼ਿੰਦਗੀ 'ਚ, ਉਹ ਹਰ ਚੀਜ਼ ਤੋਂ ਦੂਰ ਰਹਿੰਦਾ ਜੋ ਉਹਦੀ ਲਾਈਫ 'ਚ ਪਾਪ ਕਰਨ ਦਾ ਕਾਰਨ ਬਣਦੀ ਹੈ। ਉਹ ਗੰਦੇ ਸੌਂਗ ਨਹੀਂ ਸੁਣਦਾ, ਮਿਊਜ਼ਿਕ ਹੈ ਉਹ ਮਤਲਬ ਗੰਦੇ ਸੌਂਗ ਨਹੀਂ ਸੁਣਦਾ, ਮੂਵੀਜ਼ ਨਹੀਂ ਦੇਖਦਾ, ਐਵੇਂ ਦੀ ਕੋਈ ਚੀਜ਼ ਉਹਨੂੰ ਦੇਖਦੇ ਆ। ਸੀਰੀਅਲ ਦੇਖਦੇ ਆ, ਸੀਰੀਅਲ 'ਚ ਕੀ ਹੈ, ਇੱਕ ਦੂਜੇ ਦੀ ਚੁਗਲੀ ਕਰਦੇ ਰਹਿੰਦੇ ਆ ਜਾਂ ਕੋਈ ਰੋਮਾਂਟਿਕ ਸੀਨ ਕਰਦੇ ਰਹਿੰਦੇ ਆ। ਜਦੋਂ ਅਸੀਂ ਐਵੇਂ ਦੇ ਸੀਨ ਦੇਖਦੇ ਹਾਂ, ਸਾਡੇ ਦਿਮਾਗ 'ਚ ਅਸੀਂ ਵਿਚਾਰ ਕਰਦੇ ਹਾਂ। ਜਦੋਂ ਅਸੀਂ ਦੇਖਦੇ ਹਾਂ ਕਿ ਸੀਰੀਅਲ 'ਚ ਦੇਖਦੇ ਹਾਂ ਮੁੰਡਾ ਕੁੜੀ ਦੇ ਨੇੜੇ ਜਾਂਦੇ, ਉਸ ਟਾਈਮ ਅਸੀਂ ਵਿਚਾਰ ਕਰਦੇ ਆਪਣੇ ਮਨ 'ਚ। ਜਦੋਂ ਅਸੀਂ ਦੇਖਦੇ ਹਾਂ ਕਿ ਕੋਈ ਕਿਸੇ ਬਾਰੇ ਚੁਗਲੀ ਕਰ ਰਿਹਾ ਸੀਰੀਅਲ 'ਚ ਜਾਂ ਫਿਲਮ 'ਚ, ਅਸੀਂ ਦੇਖਦੇ ਹਾਂ ਚੁਗਲੀ ਕਿੱਦਾਂ ਕਰ ਰਿਹਾ, ਇਹ ਕਿੱਦਾਂ ਬੋਲ ਰਿਹਾ, ਕਿੱਦਾਂ ਕੀ ਕਰ ਰਿਹਾ। ਜੇ ਅਸੀਂ ਦੇਖਦੇ ਹਾਂ ਕਿ ਉਹ ਫਿਲਮ 'ਚ ਦੇਖਦੇ ਚੋਰੀ ਕਿੱਦਾਂ ਕਰਦਾ ਹੈ, ਅਸੀਂ ਕਹਿ ਦਿੰਦੇ ਬਹੁਤ ਕਿਆ ਮਾਸਟਰ ਮਾਈਂਡ ਕਰਕੇ ਚੋਰੀ ਕੀਤੀ ਹੈ। ਪਰ ਉਹ ਕੀ, ਅਸੀਂ ਚੋਰੀ ਕਰਨ ਦੇ ਮਤਲਬ ਤਰੀਕੇ ਸਿੱਖ ਰਹੇ। ਉਹ ਮਤਲਬ ਜਿਹੜਾ ਪਾਪ ਆ, ਉਹ ਜਿਹੜਾ ਸ਼ੈਤਾਨ ਆ, ਉਹਨਾਂ ਦੀ ਚੀਜ਼ਾਂ ਦੇ ਜ਼ਰੀਏ ਸਾਡੇ ਅੰਦਰ ਆ ਰਿਹਾ ਵਾ, ਸਾਡੇ ਅੰਦਰ ਆ ਕੇ ਜਿਹੜਾ ਸ਼ੈਤਾਨ ਆ ਸਾਡੇ ਅੰਦਰ ਆ ਕੇ ਕੰਮ ਕਰਦਾ। ਇਸ ਲਈ ਸੱਚੇ ਮਸੀਹ ਇਹਨਾਂ ਚੀਜ਼ਾਂ ਤੋਂ ਦੂਰ ਰਹਿੰਦੇ ਜੋ ਉਹਨਾਂ ਨੂੰ ਪਾਪਾਂ ਵੱਲ ਲੈ ਕੇ ਜਾਂਦੀਆਂ। ਉਹ ਜ਼ਿਆਦਾ ਤੋਂ ਜ਼ਿਆਦਾ ਪ੍ਰਾਰਥਨਾ ਕਰਦੇ ਆ। ਜਦੋਂ ਪ੍ਰਾਰਥਨਾ ਕਰਦੇ ਆ, ਬਾਈਬਲ ਪੜ੍ਹਦੇ ਆ, ਫਾਸਟਿੰਗ 'ਚ ਰਹਿੰਦੇ ਆ, ਤਾਂ ਪਿਤਾ ਪਰਮੇਸ਼ਵਰ ਦੀ ਆਤਮਾ ਆਉਣਾ ਚਾਹੁੰਦੀ, ਪਿਤਾ ਪਰਮੇਸ਼ਵਰ ਦੀ ਪਵਿੱਤਰ ਆਤਮਾ ਉਹਨਾਂ ਦੇ ਅੰਦਰ ਆਉਂਦੀ, ਉਹਨਾਂ ਦੀ ਅਗਵਾਈ ਕਰਦੀ ਹੈ। ਜਿਵੇਂ ਪਿਤਾ ਪਰਮੇਸ਼ਵਰ ਨੇ ਆਪਣੇ ਵਚਨਾਂ 'ਚ ਕਿਹਾ ਸੀ, ਮੈਂ ਯਹੋਵਾ ਪਿਤਾ ਨੂੰ ਕਹਿ ਕੇ ਤੁਹਾਡੇ ਲਈ ਸਹਾਇਕ ਪਵਿੱਤਰ ਆਤਮਾ ਭੇਜਾਂਗਾ ਜੋ ਤੁਹਾਡੀ ਅਗਵਾਈ ਕਰੇਗੀ ਅਤੇ ਮੇਰੀ ਗਵਾਹੀ ਤੁਹਾਨੂੰ ਦੇਗੀ। ਜਿਹੜੀ ਪਿਤਾ ਪਰਮੇਸ਼ਵਰ ਪ੍ਰਭੂ ਯਿਸੂ ਜੀ ਨੇ ਸਾਡੇ ਲਈ ਸਹਾਇਕ ਪਵਿੱਤਰ ਆਤਮਾ ਭੇਜੀ ਆ, ਉਹ ਸੱਚੇ ਮਸੀਹ ਦੇ ਅੰਦਰ ਹੁੰਦੀ ਆ। ਉਹਦੀ ਅਗਵਾਈ ਕਰਦੀ ਹੈ ਕਿ ਉਹਨੂੰ ਮਤਲਬ ਜੇ ਉਹ ਕਿਤੇ ਗਲਤ ਕੰਮ ਕਰਨ ਜਾਂਦਾ ਤਾਂ ਉਹਨੂੰ ਉਹਦੇ ਪਿਤਾ ਦੇ ਵਚਨ ਯਾਦ ਕਰਾਉਂਦੇ ਆ ਕਿ ਤੇਰੇ ਪਿਤਾ ਪਰਮੇਸ਼ਵਰ ਦੇ ਵਚਨ ਇਹ ਕਹਿੰਦੇ ਆ। ਉਹਦੀ ਅਗਵਾਈ ਕਰਦੀ ਹੈ ਕਿ ਤੂੰ ਕੀ ਕਰਨਾ ਹੈ ਕਿ ਨਹੀਂ ਕਰਨਾ। ਉਹ ਆਪਣੀ ਲਾਈਫ 'ਚ, ਉਹਦੀ ਜਿਹੜਾ ਸੱਚਾ ਮਸੀਹ ਉਹਦੀ ਲਾਈਫ 'ਚ ਕਿੱਦਾਂ ਦਾ ਮਰਜ਼ੀ ਟਾਈਮ ਹੋਵੇ, ਕਿੰਨਾ ਮਰਜ਼ੀ ਦੁੱਖ ਹੋਵੇ, ਕਿੰਨੀ ਮਰਜ਼ੀ ਗਰੀਬੀ ਹੋਵੇ, ਕਿੰਨਾ ਮਰਜ਼ੀ ਕੁਛ ਉਹਦੀ ਲਾਈਫ 'ਚ ਕੁਛ ਵੀ ਹੋਇਆ ਹੋਵੇ, ਉਹ ਉਸ ਟਾਈਮ ਵੀ ਆਪਣੇ ਪਿਤਾ ਪਰਮੇਸ਼ਵਰ 'ਚ ਬਿਲੀਵ ਕਰਦਾ ਕਿ ਕੋਈ ਨਾ, ਇਹ ਮੇਰੀ ਪ੍ਰੀਖਿਆ ਦਾ ਟਾਈਮ ਹੈ, ਇਹ ਤੋਂ ਆਉਣ ਵਾਲਾ ਟਾਈਮ ਮੇਰਾ ਬਹੁਤ ਬੈਸਟ ਹੈ। ਗੋਡ ਟਾਈਮ ਇਜ਼ ਦਾ ਬੈਸਟ ਟਾਈਮ। ਉਹ ਵਿਸ਼ਵਾਸ ਰੱਖਦਾ ਕਿ ਮੇਰੇ ਪਰਮੇਸ਼ਵਰ ਦਾ ਟਾਈਮ ਆਉਣ ਵਾਲਾ ਕਿ ਇਹ ਜਿਹੜੀ ਮੇਰੀ ਪ੍ਰੀਖਿਆ ਹੋ ਰਹੀ ਹੈ, ਮੈਂ ਇਹਨੂੰ ਪਾਸ ਕਰਨਾ ਹੈ। ਸ਼ੈਤਾਨ ਮੇਰੇ ਨਾਲ ਲੜ ਰਿਹਾ, ਮੈਂ ਸ਼ੈਤਾਨ ਨੂੰ ਹਰਾਉਣਾ ਅਤੇ ਮੈਂ ਆਪਣੇ ਪਿਤਾ ਪਰਮੇਸ਼ਵਰ ਦੇ ਨਾਮ 'ਚ ਸ਼ੈਤਾਨ ਨੂੰ ਸ਼ਰਮਿੰਦਾ ਕਰਨਾ। ਮੇਰੇ ਪਿਤਾ ਪਰਮੇਸ਼ਵਰ ਮੇਰੇ ਨਾਲ ਹੈ। ਉਹ ਵਿਸ਼ਵਾਸ ਕਰਦਾ ਗੋਡ ਟਾਈਮ ਇਜ਼ ਦਾ ਬੈਸਟ ਟਾਈਮ। ਉਹ ਦੁੱਖ ਦੇ ਟਾਈਮ 'ਚ ਵੀ ਪਿਤਾ ਪਰਮੇਸ਼ਵਰ ਦੀ ਮਹਿਮਾ ਕਰਦਾ ਰਹਿੰਦਾ ਕਿ ਕੋਈ ਨਾ, ਸ਼ੈਤਾਨ ਮੇਰੇ ਨਾਲ ਲੜ ਰਿਹਾ ਪਰ ਮੇਰੇ ਪਿਤਾ ਪਰਮੇਸ਼ਵਰ ਨੇ ਮੈਨੂੰ ਵਚਨ ਦਿੱਤਾ
ਕਿ ਇਸ ਵਚਨਾਂ ਦੇ ਨਾਲ ਤੂੰ ਸ਼ੈਤਾਨ ਦਾ ਮੁਕਾਬਲਾ ਕਰ। ਮੇਰੇ ਪਿਤਾ ਪਰਮੇਸ਼ਰ ਨੇ ਮੈਨੂੰ ਰੋਟੀ ਦਿੱਤੀ ਹੈ। ਅੱਜ ਦੇ ਟਾਈਮ 'ਚ ਵੀ ਮੈਂ ਇੰਨਾ ਗਰੀਬ ਹਾਂ, ਮੇਰੇ ਪਿਤਾ ਪਰਮੇਸ਼ਰ ਮੈਨੂੰ ਫਿਰ ਵੀ ਰੋਟੀ ਦੇ ਰਿਹਾ। ਪਿਤਾ ਪਰਮੇਸ਼ਰ ਮੈਨੂੰ ਫਿਰ ਵੀ ਪ੍ਰਾਰਥਨਾ 'ਚ ਬਿਠਾ ਰਿਹਾ। ਪਿਤਾ ਪਰਮੇਸ਼ਰ ਮੈਨੂੰ ਫਿਰ ਵੀ ਬਾਈਬਲ ਪੜ੍ਹਨ ਲਈ ਬੋਲ ਰਿਹਾ। ਮੇਰੇ ਪਿਤਾ ਪਰਮੇਸ਼ਰ ਮੇਰੇ ਤੋਂ ਫਿਰ ਵੀ ਫਾਸਟਿੰਗ ਕਰਾ ਰਿਹਾ। ਇਹ ਮੇਰੇ ਪਿਤਾ ਪਰਮੇਸ਼ਰ ਦੀ ਮਹਿਮਾ ਹੈ, ਜੋ ਪਿਤਾ ਪਰਮੇਸ਼ਰ ਦੀ ਅੱਜ ਵੀ ਪਵਿੱਤਰ ਜੋ ਮੇਰੇ 'ਚ ਇੰਨੀ ਗਰੀਬੀ ਆ ਕੁਛ ਵੀ ਆ, ਫਿਰ ਵੀ ਮੇਰੇ ਪਿਤਾ ਪਰਮੇਸ਼ਰ ਦੀ ਜਿਹੜੀ ਪਵਿੱਤਰ ਆਤਮਾ ਮੇਰੀ ਅਗਵਾਈ ਕਰਦੀ, ਉਹ ਮੈਨੂੰ ਪਾਪਾ ਵੱਲ ਨਹੀਂ ਜਾਣ ਦਿੰਦੀ। ਪਿਤਾ ਪਰਮੇਸ਼ਰ ਦੀ ਮਹਿਮਾ ਕਰਦਾ ਹਰ ਚੀਜ਼ ਲਈ। ਦੁੱਖ ਦੇ ਟਾਈਮ 'ਚ ਉਹ ਇਹ ਨਹੀਂ ਦੇਖਦਾ ਕਿ ਹਾਏ ਮੇਰੀ ਲਾਈਫ 'ਚ ਦੁੱਖ ਕਿੱਦਾਂ ਆ ਗਿਆ, ਇਹ ਕਿੱਦਾਂ ਇੱਦਾਂ ਹੋ ਨਹੀਂ ਸਕਦਾ, ਜੇ ਮੈਂ ਪਰਮੇਸ਼ਰ ਨੂੰ ਮੰਨਦਾ ਮੇਰੀ ਲਾਈਫ 'ਚ ਦੁੱਖ ਕਿੱਥੋਂ ਆ ਗਿਆ। ਉਹ ਐਵੇਂ ਦੇ ਵਹਿਮ ਨਹੀਂ ਕਰਦਾ। ਉਹਨੂੰ ਪਤਾ ਹੈ ਕਿ ਸ਼ੈਤਾਨ ਉਹਦੇ 'ਤੇ ਅਟੈਕ ਕਰ ਰਿਹਾ। ਉਹਨੇ ਪਰਮੇਸ਼ਰ ਦੇ ਨਾਮ 'ਚ ਸ਼ੈਤਾਨ ਨੂੰ ਸ਼ਰਮਿੰਦਾ ਕਰਨਾ। ਉਹ ਬੁਰੇ ਟਾਈਮ 'ਚ ਜਦੋਂ ਉੱਤੇ ਦੁੱਖ ਹੁੰਦਾ, ਉਦੋਂ ਵੀ ਉਹ ਆਪਣੇ ਚੰਗੇ ਟਾਈਮ ਨੂੰ ਯਾਦ ਕਰਦਾ ਹੈ ਕਿ ਮੈਨੂੰ ਪਰਮੇਸ਼ਰ ਨੇ ਮੈਨੂੰ ਇਹ ਵਾਲੀ ਚੀਜ਼ ਦਿੱਤੀ ਹੈ, ਮੇਰੇ ਪਰਮੇਸ਼ਰ ਨੇ ਚੰਗੇ ਜਵਾਬ ਦਿੱਤੇ ਹੈ, ਮੇਰੇ ਪਿਤਾ ਪਰਮੇਸ਼ਰ ਨੇ ਮੈਨੂੰ ਇਹ ਦਿੱਤਾ ਹੈ। ਉਹ ਹਰ ਟਾਈਮ 'ਤੇ ਪਿਤਾ ਪਰਮੇਸ਼ਰ ਦੀ ਮਹਿਮਾ ਕਰਦਾ ਵਾ। ਉਹ ਕੋਈ ਵੀ ਆ ਇੱਦਾਂ ਦਾ ਕੰਮ ਨਹੀਂ ਕਰਦਾ ਜੋ ਪਰਮੇਸ਼ਰ ਦੇ ਵਚਨਾਂ ਜਾਂ ਪਿਤਾ ਪਰਮੇਸ਼ਰ ਦੀ ਮਹਿਮਾ ਦੇ ਖਿਲਾਫ ਹੋਵੇ। ਉਹ ਮਤਲਬ ਜੋ ਪਿਤਾ ਪਰਮੇਸ਼ਰ ਦੇ ਵਚਨਾਂ 'ਚ ਲਿਖਿਆ, ਉਹ ਐਵੇਂ ਦਾ ਕੋਈ ਕੰਮ ਨਹੀਂ ਕਰਦਾ ਜੋ ਉਹਨੂੰ ਲੱਗੇ ਕਿ ਨਹੀਂ ਇਹ ਕੰਮ ਮੈਂ ਕਰੂੰਗਾ ਅਤੇ ਮੇਰੇ ਪਿਤਾ ਪਰਮੇਸ਼ਰ ਨੂੰ ਅੱਛਾ ਨਹੀਂ ਲੱਗੂਗਾ। ਉਹ ਮੇਰਾ ਕੰਮ ਕਰਦਾ ਹੀ ਨਹੀਂ। ਉਹੀ ਕੰਮ ਕਰਦਾ ਜੋ ਉਹਦੇ ਪਿਤਾ ਨੂੰ ਅੱਛਾ ਲੱਗਦਾ। ਜਿਹਦੇ ਉਹ ਉਵੇਂ ਦੇ ਕੰਮ ਕਰਦਾ ਹੈ ਕਿ ਜਿਹਦੇ ਨਾਲ ਉਹਦੇ ਪਿਤਾ ਦੀ ਮਹਿਮਾ ਹੋਵੇ। ਪਿਤਾ ਪਰਮੇਸ਼ਰ ਦੇ ਜੋ ਵਚਨਾਂ 'ਚ ਲਿਖਿਆ ਉਹੀ ਕਰਦਾ। ਆਪਣੇ ਮਨ 'ਚ ਈਰਖਾ ਨਹੀਂ ਰੱਖਦਾ ਕਿਸੇ ਲਈ, ਕਿਸੇ ਦੀ ਸਕਸੈਸ ਨੂੰ ਦੇਖ ਕੇ ਸੜਦਾ ਨਹੀਂ ਹੈ। ਉਹਨੂੰ ਪਤਾ ਹੈ ਗੋਡ ਟਾਈਮ ਇਜ਼ ਦਾ ਬੈਸਟ ਟਾਈਮ ਕਮਿੰਗ। ਪਿਤਾ ਪਰਮੇਸ਼ਰ ਉਹਨੂੰ ਬਹੁਤ ਬੈਸਟ ਬਣਾਉਣ ਵਾਲੇ, ਉਹਨੂੰ ਬਹੁਤ ਉੱਚਾ ਜਾਣ ਵਾਲਾ। ਉਹਨੂੰ ਪਤਾ ਹੈ ਕਿ ਜਦੋਂ ਇਹ ਸ਼ੈਤਾਨ ਨੂੰ ਉਹਨੇ ਸ਼ਰਮਿੰਦਾ ਕਰ ਦਿੱਤਾ ਪਵਿੱਤਰਤਾ 'ਚ ਰਹਿ ਕੇ, ਪਾਪਾ ਤੋਂ ਦੂਰ ਰਹਿ ਕੇ ਉਹਨੇ ਸ਼ੈਤਾਨ ਨੂੰ ਸ਼ਰਮਿੰਦਾ ਕਰਤਾ, ਉਹਦਾ ਆਉਣ ਵਾਲਾ ਟਾਈਮ ਬਹੁਤ ਬੈਸਟ ਹੈ। ਉਹਨੂੰ ਪਤਾ ਹੈ। ਇਸ ਲਈ ਕੋਈ ਵੀ ਐਵੇਂ ਦਾ ਕੰਮ ਨਹੀਂ ਕਰਦਾ, ਚਾਹੇ ਦੁੱਖ ਹੋਵੇ, ਉਹ ਤਾਂ ਵੀ ਇੱਦਾਂ ਦਾ ਕੋਈ ਕੰਮ ਨਹੀਂ ਕਰਦਾ ਜੋ ਉਹਦੇ ਪਿਤਾ ਪਰਮੇਸ਼ਰ ਦੇ ਵਚਨਾਂ ਜਾਂ ਉਹਦੇ ਪਿਤਾ ਪਰਮੇਸ਼ਰ ਦੀ ਮਹਿਮਾ ਦੇ ਖਿਲਾਫ ਹੋਵੇ। ਜਿਵੇਂ ਪਿਤਾ ਪਰਮੇਸ਼ਰ ਦੇ ਵਚਨ ਕਹਿੰਦੇ ਆ ਕਿ ਤੂੰ ਜਿੰਨਾ ਪਿਆਰ ਖੁਦ ਨੂੰ ਕਰਦਾ ਉਹਨੂੰ ਆਪਣੇ ਗੁਆਂਢੀ ਨੂੰ ਕਰ, ਦੁਸ਼ਮਣਾਂ ਨੂੰ ਵੀ ਪਿਆਰ ਕਰ। ਉਹ ਇਨਸਾਨ ਪਿਤਾ ਪਰਮੇਸ਼ਰ ਦੇ ਵਚਨਾਂ 'ਤੇ ਚੱਲਦਾ। ਉਹ ਜਿੰਨਾ ਪਿਆਰ ਖੁਦ ਨੂੰ ਕਰਦਾ ਉਨਾ ਗੁਆਂਢੀ ਨੂੰ ਕਰਦਾ। ਜਿੰਨਾ ਪਿਆਰ ਹੁਣ ਅਸੀਂ ਦੇ ਕਿਸੇ ਮਸੀਹ 'ਚ ਹਾਂ ਅਤੇ ਸਾਨੂੰ ਬਹੁਤ ਸਾਰੇ ਲੋਕ ਨਫ਼ਰਤ ਕਰਦੇ ਆ, ਪਰ ਪਿਤਾ ਪਰਮੇਸ਼ਰ ਇਹ ਨਹੀਂ ਕਹਿੰਦੇ ਕਿ ਜੋ ਤੁਹਾਨੂੰ ਨਫ਼ਰਤ ਕਰਦਾ ਤੁਸੀਂ ਉਹਨਾਂ ਨੂੰ ਵੀ ਨਫ਼ਰਤ ਕਰੋ, ਕਿ ਅਸੀਂ ਤਾਂ ਮਸੀਹ 'ਚ ਆ ਤੁਸੀਂ ਸਾਨੂੰ ਨਫ਼ਰਤ ਕਿਉਂ ਕਰਦੇ ਹੋ। ਪਿਤਾ ਪਰਮੇਸ਼ਰ ਕਹਿੰਦੇ ਉਹਨਾਂ ਨੂੰ ਪਿਆਰ ਕਰੋ, ਹਰ ਕਿਸੇ ਨੂੰ ਪਿਆਰ ਕਰੋ। ਹੁਣ ਦੇਖੋ ਕਿਸੇ ਵੀ ਧਰਮ ਤੋਂ ਲਾ ਲਓ, ਕਿਸੇ ਵੀ ਧਰਮ 'ਤੇ ਉਹ ਸਭ ਤੋਂ ਨਫ਼ਰਤ ਕਰਦੇ। ਅਸੀਂ ਪਿਤਾ ਪਰਮੇਸ਼ਵਰ ਦੇ ਨਾਮ ਦੇ ਵਿੱਚ ਉਹਨਾਂ ਨੂੰ ਪਿਆਰ ਕਰਕੇ ਅਸੀਂ ਪਿਤਾ ਪਰਮੇਸ਼ਵਰ ਦੀ ਮਹਿਮਾ ਵਧਾਉਂਦੇ ਹਾਂ ਕਿ ਦੇਖ ਲਓ ਤੁਸੀਂ ਸਾਡੇ ਤੋਂ ਨਫ਼ਰਤ ਕਰਦੇ, ਅਸੀਂ ਆਪਣੇ ਪਿਤਾ ਪਰਮੇਸ਼ਵਰ ਦੇ ਨਾਮ, ਸਾਡੇ ਪਿਤਾ ਪਰਮੇਸ਼ਵਰ ਕਹਿੰਦਾ ਕਿ ਤੁਸੀਂ ਪਿਆਰ ਕਰੋ। ਅਸੀਂ ਪਿਤਾ ਪਰਮੇਸ਼ਵਰ ਦੇ ਵਚਨਾਂ 'ਚ ਤੈਨੂੰ ਪਿਆਰ ਕਰਦੇ, ਪਿਤਾ ਪਰਮੇਸ਼ਵਰ ਦੇ ਨਾਮ 'ਚ ਤੁਹਾਨੂੰ ਪਿਆਰ ਕਰਦੇ ਹਾਂ। ਇਸ ਲਈ ਸਾਡਾ ਪਰਮੇਸ਼ਵਰ ਉੱਚਾ ਹੈ ਕਿਉਂਕਿ ਸਾਨੂੰ ਸਭਨਾਂ ਨਾਲ ਪਿਆਰ ਕਰਨੇ ਸਿਖਾਉਂਦਾ। ਉਹ ਪਰਮੇਸ਼ਵਰ ਦੀ ਇੱਛਾ ਨੂੰ ਪੂਰਾ ਕਰਦੇ। ਮਤਲਬ ਪਿਤਾ ਪਰਮੇਸ਼ਵਰ ਨੂੰ ਹਰ ਕਿਸੇ ਨੂੰ ਪਿਤਾ ਪਰਮੇਸ਼ਵਰ ਇੱਕ ਕੰਮ ਲਈ ਚੁਣਦਾ। ਜਿਹੜਾ ਇਨਸਾਨ ਪਵਿੱਤਰ 'ਤੇ ਚੱਲਦਾ, ਬਾਈਬਲ ਪੜ੍ਹਦਾ, ਫਾਸਟਿੰਗ ਕਰਦਾ, ਬੀਜ ਬੋਝਦਾ, ਉਹ ਪਿਤਾ ਪਰਮੇਸ਼ਵਰ ਦੀ ਆਵਾਜ਼ ਸੁਣਦਾ, ਜਿਹੜੀ ਪਵਿੱਤਰ ਆਤਮਾ ਉਹਦੀ ਅਗਵਾਈ ਕਰਦੀ ਹੈ। ਤੋ ਜਿਸ ਕੰਮ ਨੂੰ ਪਿਤਾ ਪਰਮੇਸ਼ਵਰ ਨੇ ਜਿਸ ਕੰਮ ਲਈ ਉਹਨੂੰ ਪਿਤਾ ਪਰਮੇਸ਼ਵਰ ਨੇ ਚੁਣਿਆ, ਉਹ ਕੰਮ ਨੂੰ ਪੂਰਾ ਕਰਦਾ। ਪਿਤਾ ਪਰਮੇਸ਼ਵਰ ਦੀ ਇੱਛਾ ਨੂੰ ਆਪਣੀ ਜ਼ਿੰਦਗੀ 'ਚ ਪੂਰਾ ਕਰਦਾ। ਉਹ ਨਵੀਂ ਜ਼ਿੰਦਗੀ ਜਿਹੜੀ ਉਹਨੂੰ ਪਿਤਾ ਪਰਮੇਸ਼ਵਰ ਨੇ ਦਿੱਤੀ ਹੈ, ਉਸ ਜ਼ਿੰਦਗੀ 'ਚ ਪਿਤਾ ਪਰਮੇਸ਼ਵਰ ਦੀ ਇੱਛਾ ਨੂੰ ਪੂਰਾ ਕਰਦਾ। ਉਹ ਪਿਤਾ ਪਰਮੇਸ਼ਵਰ ਦੇ ਵਚਨਾਂ 'ਤੇ ਮਨਨ ਕਰਦਾ। ਉਹ ਮਤਲਬ ਇਹ ਨਹੀਂ ਕਿ ਬਾਈਬਲ ਲਈ ਤੇ ਪੜ੍ਹ ਕੇ ਚਲੋ ਠੀਕ ਆ, ਹਾਂ ਠੀਕ ਆ। ਉਹ ਪਿਤਾ ਪਰਮੇਸ਼ਵਰ ਦੇ ਵਚਨ ਨੂੰ ਆਪਣੇ ਮਨ 'ਤੇ ਲਿਖ ਲੈਂਦਾ। ਜਿੱਦਾਂ ਝੂਠੇ ਮਸੀਹ ਹੁੰਦੇ ਨਾ, ਉਹਨਾਂ ਨੂੰ ਕੋਈ ਕੁਛ ਹੋਇਆ ਅਤੇ ਉਹਨਾਂ ਨੂੰ ਬਾਈਬਲ ਖੋਲ੍ਹ ਕੇ ਦੇਖਣਾ ਪੈਂਦਾ, ਆ ਵੀ ਲਿਖਿਆ ਸੀ ਬਾਈਬਲ 'ਚ, ਅੱਛਾ ਵੀ ਲਿਖਿਆ ਸੀ। ਪਰ ਜਿਹੜਾ ਸੱਚਾ ਮਸੀਹ ਹੁੰਦਾ ਆਪਣੇ ਦਿਲ 'ਤੇ, ਆਪਣੇ ਮਨ 'ਚ ਪਿਤਾ ਪਰਮੇਸ਼ਵਰ ਦੇ ਵਚਨਾਂ ਨੂੰ ਲਿਖ ਲੈਂਦਾ। ਉਹਨੂੰ ਬਾਰ-ਬਾਰ ਕਿਤੇ ਇਹ ਨਹੀਂ ਹੁੰਦਾ ਕਿ ਨਹੀਂ ਅੱਛਾ ਇੱਦਾਂ ਵਾ, ਪਤਾ ਨਹੀਂ ਮੈਂ ਬਾਈਬਲ ਖੋਲ੍ਹ ਕੇ ਚੈੱਕ ਕਰਕੇ ਦੱਸੂੰਗਾ ਕਿ ਇੱਦਾਂ ਹੈਗਾ ਕਿ ਨਹੀਂ ਹੈਗਾ। ਉਹਨੂੰ ਪਤਾ ਹੈ ਕਿ ਮੇਰੇ ਪਿਤਾ ਪਰਮੇਸ਼ਵਰ ਦੇ ਵਚਨ ਮੈਨੂੰ ਕੀ ਕਹਿੰਦੇ। ਉਹਨੇ ਆਪਣੇ ਦਿਲ 'ਤੇ ਪਿਤਾ ਪਰਮੇਸ਼ਵਰ ਦੇ ਵਚਨ ਲਿਖਿਆ। ਉਹ ਆਪਣੀ ਜ਼ਿੰਦਗੀ ਨੂੰ ਪਿਤਾ ਪਰਮੇਸ਼ਵਰ ਦੇ ਕੰਟਰੋਲ 'ਚ ਰੱਖ ਦਿੰਦੇ ਕਿ ਹੇ ਪਰਮੇਸ਼ਵਰ ਤੁਸੀਂ ਸਾਡੀ ਜ਼ਿੰਦਗੀ ਨੂੰ ਕੰਟਰੋਲ ਕਰੋ। ਉਹ ਆਪਣੀ ਜ਼ਿੰਦਗੀ 'ਚ ਪਿਤਾ ਪ੍ਰਭੂ ਯੀਸ਼ੂ ਨੂੰ ਆਪਣਾ ਅਗੁਆ ਬਣਾਉਂਦੇ ਆ, ਆਪਣਾ ਲੀਡਰ ਬਣਾਉਂਦੇ ਆ। ਪ੍ਰਭੂ ਯੀਸ਼ੂ ਜੀ ਨੂੰ ਆਪਣਾ ਅਗੁਆ ਬਣਾਉਂਦੇ ਆ ਕਿ ਪ੍ਰਭੂ ਯੀਸ਼ੂ ਜੀ, ਜਿੱਦਾਂ ਕਿ ਪਿਤਾ ਯਹੋਵਾ ਜੀ ਨੇ ਸਾਡੀ ਮਿਸਰ 'ਚ ਅਗਵਾਈ ਕੀਤੀ ਸੀ, ਪਿਤਾ ਪਰਮੇਸ਼ਵਰ ਯਹੋਵਾ ਜੀ ਨੇ ਸਾਨੂੰ ਮਿਸਰ ਦੀ ਗੁਲਾਮੀ ਤੋਂ ਬਚਾਇਆ ਸੀ, ਜਿੱਥੇ ਅਸੀਂ 430 ਸਾਲ ਰਹੇ ਸੀ।
ਪਿਤਾ ਪਰਮੇਸ਼ਵਰ ਨੇ ਸਾਨੂੰ ਉਸ ਗੁਲਾਮੀ ਤੋਂ ਬਚਾਇਆ ਸੀ। ਉਵੇਂ ਉਹ ਆਪਣੀ ਲਾਈਫ 'ਚ ਪਿਤਾ ਪਰਮੇਸ਼ਵਰ ਨੂੰ ਆਪਣਾ ਅਗੁਆ ਬਣਾਉਂਦਾ ਹੈ ਕਿ ਜਿਵੇਂ ਪਿਤਾ ਪਰਮੇਸ਼ਵਰ ਨੇ ਮਿਸਰ ਦੇ ਟਾਈਮ ਸਾਡੇ ਬਜ਼ੁਰਗਾਂ ਨੂੰ ਬਚਾਇਆ ਸੀ, ਉਵੇਂ ਪਿਤਾ ਪਰਮੇਸ਼ਵਰ ਇਸ ਟਾਈਮ ਸਾਨੂੰ ਪਾਪ ਤੋਂ, ਸ਼ੈਤਾਨ ਤੋਂ ਬਚਾਉਣ, ਸਾਡੀ ਅਗਵਾਈ ਕਰਨ। ਜਿਵੇਂ ਪਿਤਾ ਪਰਮੇਸ਼ਵਰ ਨੇ ਸਾਡੀ ਅਗਵਾਈ ਮਿਸਰ 'ਚ ਕੀਤੀ ਸੀ, ਉਹ ਪਿਤਾ ਪਰਮੇਸ਼ਵਰ ਨੂੰ ਆਪਣਾ ਅਗੁਆ ਬਣਾ ਲੈਂਦੇ ਆ ਤਾਂ ਜੋ ਪਿਤਾ ਪਰਮੇਸ਼ਵਰ ਉਹਨਾਂ ਦੀ ਅਗਵਾਈ ਕਰ ਸਕੇ। ਜਦੋਂ ਵੀ ਸ਼ੈਤਾਨ ਉਹਨਾਂ 'ਤੇ ਅਟੈਕ ਕਰਦਾ, ਸ਼ੈਤਾਨ ਉਹਨਾਂ 'ਤੇ ਅਟੈਕ ਕਰਦਾ, ਸ਼ੈਤਾਨ ਸਾਡੇ 'ਤੇ ਅਟੈਕ ਕਿੱਦਾਂ ਕਰਦਾ? ਇਹ ਨਹੀਂ ਕਿ ਸਾਡੇ ਸਾਹਮਣੇ ਆਇਆ ਤਾਂ ਅਸੀਂ ਉਹਦੇ ਮੁੱਕੇ ਮਾਰਨੇ। ਸ਼ੈਤਾਨ ਜਦੋਂ ਸਾਡੇ 'ਤੇ ਅਟੈਕ ਕਰਦਾ ਤਾਂ ਸਾਡੀ ਸੋਚ ਦੇ ਜ਼ਰੀਏ ਸਾਡੇ 'ਤੇ ਅਟੈਕ ਕਰਦਾ। ਜਿਵੇਂ ਹੁਣ ਅਸੀਂ ਬੈਠੇ ਹਾਂ, ਅਸੀਂ ਮੰਨ ਲਓ ਅਸੀਂ ਪ੍ਰਾਰਥਨਾ 'ਚ ਬੈਠੇ ਹਾਂ, ਸਾਡੇ ਦਿਮਾਗ 'ਚ ਖਿਆਲ ਆ ਰਿਹਾ ਹੈ, ਉੱਠ ਜਾ ਯਾਰ, ਚੱਲ ਤੂੰ ਚੱਲੀਏ। ਕੀ ਕਰਨਾ? ਅਸੀਂ ਕੋਈ TV ਦੇਖ ਰਹੇ ਹਾਂ, ਸਾਡੇ ਦਿਮਾਗ 'ਚ ਜੋ TV 'ਚ ਚੱਲ ਰਿਹਾ ਉਹ ਦਿਮਾਗ 'ਚ ਹੋਈ ਜਾ ਰਿਹਾ। ਸ਼ੈਤਾਨ ਕੰਮ ਕਰ ਰਿਹਾ ਸਾਡੀ ਸੋਚ ਦੇ ਜ਼ਰੀਏ। TV 'ਚ ਦੇਖ ਰਿਹਾ ਕੁੜੀ ਮੁੰਡੇ ਆਪਸ 'ਚ ਗਲਤ ਕਰ ਰਿਹਾ ਅਤੇ ਉਹੀ ਦੇਖ ਕੇ ਮਨ 'ਚ ਆਪਣੇ 'ਚ ਵਿਚਾਰ ਕਰਿਆ। ਸ਼ੈਤਾਨ ਉਹਨਾਂ ਚੀਜ਼ਾਂ ਦੇ ਜ਼ਰੀਏ ਸਾਡੇ 'ਤੇ ਕੰਮ ਕਰਦਾ। ਸ਼ੈਤਾਨ ਸਾਡੀ ਸੋਚ ਦੇ ਜ਼ਰੀਏ ਸਾਡੇ 'ਤੇ ਕੰਮ ਕਰਦਾ। ਅਸੀਂ ਕਿਸੇ ਇਨਸਾਨ ਨੂੰ ਜਾਂਦੇ ਦੇਖਦੇ ਹਾਂ, ਕਿਸੇ ਕੁੜੀ ਮੁੰਡੇ ਨੂੰ ਜਾਂਦੇ ਦੇਖ ਲਿਆ, ਅਸੀਂ ਆਪਣੇ ਦਿਮਾਗ 'ਚ ਉਹਨਾਂ ਵਿਚਾਰ ਕਰ ਲੈਂਦੇ ਹਾਂ, ਆਪਣੀ ਸੋਚ 'ਚ ਵਿਚਾਰ ਕਰਦੇ ਹਾਂ। ਹੁਣ ਅਸੀਂ ਬੈਠੇ ਹਾਂ, ਅਸੀਂ ਦੇਖਦੇ ਹਾਂ ਕਿ ਕਿੰਨਾ ਪੈਸਾ ਸਾਡੇ, ਮੰਨ ਲਓ ਮੇਰੇ ਪਾਪਾ ਨੇ ਮੈਨੂੰ ਪੈਸੇ ਫੜਾਏ, ਪਾਪਾ ਨੇ ਗਿਣੇ ਨਹੀਂ, ਮੇਰੇ ਪਾਪਾ ਨੇ ਕਿਹਾ ਚੱਲ ਇਹਨੂੰ ਰੱਖ ਦੇ। ਸ਼ੈਤਾਨ ਉਸ ਟਾਈਮ ਕਹਿੰਦਾ ਹੈ ਚੱਲ ਤੇਰੇ ਕਿਹੜੇ ਪਾਪਾ ਨੂੰ ਪਤਾ ਹੈ ਕਿੰਨੇ ਪੈਸੇ ਹੈਗੇ, ਥੋੜ੍ਹਾ ਜਿਹਾ ਮਤਲਬ ਕੁੰਡੀ ਮਾਰ ਲਾ, ਥੋੜ੍ਹੇ ਜਿਹੇ ਚੋਰੀ ਕਰ ਲਾ, ਜ਼ਿਆਦਾ ਨਹੀਂ 200-300 ਚੋਰੀ ਕਰ ਲਾ, 1000 ਰੁਪਇਆ 200-300 ਚੋਰੀ ਕਰ ਲਾ। ਤੇਰੇ ਕਿਹੜੇ ਪਾਪਾ ਨੇ ਗਿਣਿਆ? ਜੇ 1000 ਰੁਪਇਆ ਵੀ ਉਹ 'ਚ 200-300 ਚੋਰੀ ਕਰ ਲਾ, ਕੀ ਪਤਾ ਲੱਗਦਾ? ਚੋਰੀ ਚਾਹੇ ਛੋਟੀ ਹੈ ਚਾਹੇ ਵੱਡੀ ਹੈ, ਚੋਰੀ ਚੋਰੀ ਹੈ, ਪਾਪ ਹੀ ਹੁੰਦਾ, ਚਾਹੇ ਵੱਡਾ ਕੀਤਾ ਜਾਏ ਚਾਹੇ ਛੋਟਾ ਕੀਤਾ ਜਾਏ। ਨਾਮ ਉਹਨੂੰ ਇਹ ਨਹੀਂ ਲਿਖਿਆ ਜਾਂਦਾ ਇਹ ਛੋਟੀ ਚੋਰੀ ਹੈ, ਇਹ ਛੋਟਾ ਪਾਪ ਹੈ, ਉਹਨੂੰ ਸਿਰਫ ਪਾਪ ਲਿਖਿਆ ਜਾਂਦਾ ਕਿ ਇਹ ਪਾਪ। ਜੇ ਹੁਣ ਮੈਂ ਕਹਾਂ ਮੈਂ ਛੋਟੀ ਚੋਰੀ ਕੀਤੀ, ਉਹ 'ਤੇ ਅੱਗੇ ਇਹ ਨਹੀਂ ਲਿਖਿਆ ਜਾਊਗਾ ਇਹ ਛੋਟਾ ਪਾਪ ਹੈ। ਉਹਦੇ ਛੋਟੀ ਚੋਰੀ, ਜੇ ਮੈਂ ਬਸ ਅੱਗੇ ਚੋਰੀ ਲਿਖਿਆ ਜਾਊਗਾ ਤਾਂ ਉਹਦੇ ਪਿਤਾ ਪਰਮੇਸ਼ਵਰ ਉਹਦੇ ਅੱਗੇ ਪਾਪ ਲਿਖ ਦੇਣਗੇ। ਇਹ ਨਹੀਂ ਲਿਖੂਗੇ ਕਿ ਇਹਨੇ ਛੋਟਾ ਪਾਪ ਕੀਤਾ, ਪਿਤਾ ਪਰਮੇਸ਼ਵਰ ਉਹਦੇ ਅੱਗੇ ਪਾਪ ਲਿਖ ਦਿੰਦਾ। ਸ਼ੈਤਾਨ ਜਦੋਂ ਮੇਰੇ ਦਿਮਾਗ 'ਚ ਅਟੈਕ ਕਰ ਰਿਹਾ ਕਿ ਚੱਲ ਤੇਰੇ ਪਾਪਾ ਨੇ ਕਿਹੜਾ ਪੈਸੇ ਗਿਣਿਆ, ਤੂੰ ਚੋਰੀ ਕਰ ਲਾ, ਉਸ ਟਾਈਮ ਅਸੀਂ ਪਿਤਾ ਪਰਮੇਸ਼ਵਰ ਦੇ ਵਚਨਾਂ ਨਾਲ ਉੱਤੇ ਅਟੈਕ ਕਰ ਰਹੇ ਕਿ ਪਿਤਾ ਪਰਮੇਸ਼ਵਰ ਦੇ ਵਚਨ ਕਹਿੰਦੇ ਆ ਕਿ ਤੁਸੀਂ ਚੋਰੀ ਨਹੀਂ ਕਰਨੀ, ਤੁਸੀਂ ਮੇਰੀ ਸੰਤਾਨ ਹੋ, ਤੁਸੀਂ ਮੇਰੇ ਬੱਚੇ ਹੋ, ਤੁਸੀਂ ਚੋਰੀ ਨਹੀਂ ਕਰਨੀ। ਫਿਰ ਅਸੀਂ ਸ਼ੈਤਾਨ ਨੂੰ ਦੱਸਿਆ ਕਿ ਤੂੰ ਸਾਨੂੰ ਕਹਿੰਦਾ ਚੋਰੀ ਕਰਨਾ, ਪਰ ਸਾਡੇ ਪਿਤਾ ਪਰਮੇਸ਼ਵਰ ਦੇ ਵਚਨ ਕਹਿੰਦੇ ਕਿ ਤੁਸੀਂ ਚੋਰੀ ਨਹੀਂ ਕਰਨੀ ਕਿਉਂਕਿ ਤੁਸੀਂ ਮੇਰੇ ਬੱਚੇ ਹੋ। ਅਸੀਂ ਪਿਤਾ ਪਰਮੇਸ਼ਵਰ ਦੇ ਬੱਚੇ ਹਾਂ, ਇਸ ਲਈ ਅਸੀਂ ਚੋਰੀ ਨਹੀਂ ਕਰਨੀ। ਜਦੋਂ ਅਸੀਂ ਚੋਰੀ ਨਹੀਂ ਕਰਦੇ ਤਾਂ ਇਹ ਸ਼ੈਤਾਨ ਨੂੰ ਸ਼ਰਮਿੰਦਾ ਕਰਦੇ ਆਪਣੇ ਪਿਤਾ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਸ਼ੈਤਾਨ ਨੂੰ ਸ਼ਰਮਿੰਦਾ ਕਰਦੇ ਹਾਂ। ਪਿਤਾ ਪਰਮੇਸ਼ਵਰ ਦੇ ਵਚਨਾਂ ਦੇ ਨਾਲ ਸ਼ੈਤਾਨ ਨੂੰ ਅਸੀਂ ਸ਼ਰਮਿੰਦਾ ਕਰਦੇ ਹਾਂ। ਜਿਹੜਾ ਇਨਸਾਨ ਸੱਚਾ ਮਸੀਹ ਆਪਣੀ ਲਾਈਫ 'ਚ ਹਮੇਸ਼ਾ ਫਸਟ ਨੰਬਰ ਪਰਮੇਸ਼ਵਰ ਨੂੰ ਦਿੰਦਾ। ਉਹ ਇਹ ਨਹੀਂ ਹੈ ਕਿ ਦੁਨੀਆ 'ਚ ਕੋਈ ਵੀ, ਜਿੱਦਾਂ ਹੁਣ ਇਬਰਾਹਿਮ ਦੇਖ ਲਓ, ਆਪਾਂ ਬਾਈਬਲ 'ਚ ਇਬਰਾਹਿਮ ਦੀ ਪੌਦੇ 'ਚ ਪੜ੍ਹਦੇ ਪਿਤਾ ਪਰਮੇਸ਼ਵਰ ਨੇ ਉਹਨੂੰ ਕਿਹਾ ਸੀ ਕਿ ਆਪਣੇ ਪੁੱਤਰ ਨੂੰ ਮਤਲਬ ਬਲੀ ਲਈ ਚੜਾ, ਅਤੇ ਜਦੋਂ ਬਲੀ ਚੜਾਉਣ ਲੱਗੀ ਤਾਂ ਪਿਤਾ ਪਰਮੇਸ਼ਵਰ ਨੇ ਰੋਕ ਲਿਆ ਸੀ। ਕਿਸ ਲਈ ਰੋਕਿਆ ਸੀ? ਕਿਉਂਕਿ ਉਹਨਾਂ ਨੇ ਪਰਮੇਸ਼ਵਰ ਨੂੰ ਫਸਟ ਨੰਬਰ 'ਤੇ ਰੱਖਿਆ ਸੀ। ਕੋਈ ਵੀ ਕਹਿ ਸਕਦੇ ਸੀ ਕਿ ਨਹੀਂ ਪਰਮੇਸ਼ਵਰ ਮੈਨੂੰ ਮਾਂ ਤੋਂ ਮੁੰਡਾ ਮਿਲਿਆ, ਮੈਂ ਨਹੀਂ ਭਲਾ ਮੈਨੂੰ ਮੁੰਡਾ ਚਾਹੀਦਾ ਵਾ, ਮੈਂ ਮੁੰਡੇ ਨੂੰ ਬਹੁਤ ਪਿਆਰ ਕਰਦਾ। ਉਹਨਾਂ ਨੇ ਫਿਰ ਵੀ ਪਰਮੇਸ਼ਵਰ ਨੂੰ ਜ਼ਿਆਦਾ ਪਿਆਰ ਕੀਤਾ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਪਿਤਾ ਪਰਮੇਸ਼ਵਰ ਨੇ ਉਹਨਾਂ ਨੂੰ ਕਿਹਾ ਕਿ ਮੈਂ ਇਹਦੇ ਤੋਂ ਵੱਡੀ ਕੌਮ ਤਿਆਰ ਕਰਾਂਗਾ, ਮੈਂ ਤੇਰੇ ਤੋਂ ਵੱਡੀ ਕੌਮ ਤਿਆਰ ਕਰਾਂਗਾ। ਉਹ ਵਿਸ਼ਵਾਸ ਸੀ ਉਹਨਾਂ ਦਾ ਕਿ ਪਰਮੇਸ਼ਵਰ ਨੇ ਮੈਨੂੰ ਕਿਹਾ ਕਿ ਮੇਰੇ ਤੋਂ ਵੱਡੀ ਕੌਮ ਤਿਆਰ ਕਰਨੀ, ਮਤਲਬ ਕਿ ਵੱਡੀ ਕੌਮ ਤਿਆਰ ਹੋਏਗੀ। ਉਹਨਾਂ ਦਾ ਵਿਸ਼ਵਾਸ ਸੀ। ਉਹਨਾਂ ਨੇ ਆਪਣਾ ਇਕਲੌਤਾ ਪੁੱਤਰ, ਜਿਹੜਾ ਉਹਨਾਂ ਦੇ ਇੱਕੋ ਪੁੱਤ ਸੀ ਉਹਨਾਂ ਨੇ ਆਪਣਾ ਇਕਲੌਤਾ ਪੁੱਤਰ ਸੂਲੀ 'ਤੇ ਮਤਲਬ ਉਹਨੂੰ ਮਾਰਨ ਜਾ ਰਹੇ ਸੀਗੇ। ਉਹ ਜੇ ਇਬਰਾਹਿਮ ਜੀ ਆਪਣੇ ਇਕਲੌਤੇ ਪੁੱਤਰ ਜਿਹੜਾ ਉਹਨਾਂ ਦਾ ਮਤਲਬ ਉਹਨਾਂ ਦੀ ਫਸਟ ਵਾਈਫ ਦਾ ਜਿਹੜਾ ਪੁੱਤਰ ਸੀਗਾ, ਜੇ ਉਹਨੂੰ ਨਾ ਮਾਰਦੇ ਅਤੇ ਫਿਰ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਆਪਣੇ ਪੁੱਤਰ ਨੂੰ ਫਸਟ ਲਵ ਦਿੱਤਾ ਸੀ ਕਿ ਮੈਂ ਆਪਣੇ ਪੁੱਤਰ ਨੂੰ ਪਰਮੇਸ਼ਵਰ ਤੋਂ ਜ਼ਿਆਦਾ ਪਿਆਰ ਕਰਦਾ। ਪਰ ਉਹਨਾਂ ਨੇ ਪਰਮੇਸ਼ਵਰ ਦੀ ਮਰਜ਼ੀ ਨੂੰ ਪੂਰਾ ਕੀਤਾ। ਉਹਨਾਂ ਨੇ ਜਿੱਦਾਂ ਪਰਮੇਸ਼ਵਰ ਨੇ ਕਿਹਾ ਉਹਨਾਂ ਨੇ ਉੱਦਾਂ ਕੀਤਾ। ਉਹਨਾਂ ਨੇ ਇਹ ਦੱਸਿਆ ਕਿ ਉਹ ਪਰਮੇਸ਼ਵਰ ਨੂੰ ਜ਼ਿਆਦਾ ਪਿਆਰ ਕਰਦੇ ਆ, ਉਹ ਪਰਮੇਸ਼ਵਰ ਦੀ ਇੱਜ਼ਤ ਜ਼ਿਆਦਾ ਕਰਦੇ ਆ, ਉਹ ਪਰਮੇਸ਼ਵਰ ਨੂੰ ਫਸਟ ਨੰਬਰ 'ਤੇ ਰੱਖਦੇ ਆ। ਇਸ ਲਈ ਆਪਣੀ ਜ਼ਿੰਦਗੀ ਜਿਹੜੇ ਸੱਚੇ ਮਸੀਹ ਆ ਉਹ ਆਪਣੀ ਲਾਈਫ 'ਚ ਫਸਟ ਨੰਬਰ 'ਤੇ ਪਰਮੇਸ਼ਵਰ ਨੂੰ ਰੱਖਦੇ ਆ। ਹਮੇਸ਼ਾ ਪਰਮੇਸ਼ਵਰ ਨੂੰ ਫਸਟ ਨੰਬਰ 'ਤੇ ਰੱਖਦੇ ਆ। ਉਸ ਤੋਂ ਬਾਅਦ ਦੁਨੀਆਦਾਰੀ ਆਉਂਦੀ ਹੈ, ਉਹ ਤੋਂ ਬਾਅਦ ਦੁਨੀਆ ਦੇ ਮਤਲਬ ਜੋ ਹੁੰਦਾ ਉਹ ਤੋਂ ਬਾਅਦ ਆਉਂਦਾ, ਪਰ ਪਹਿਲਾਂ ਪਰਮੇਸ਼ਵਰ ਹੀ ਆਉਂਦਾ। ਉਹ ਆਪਣੇ ਮਨ 'ਚ ਪਰਮੇਸ਼ਵਰ ਦਾ ਡਰ ਰੱਖਦੇ। ਉਹਨਾਂ ਨੂੰ ਡਰ ਹੁੰਦਾ, ਜਿਵੇਂ ਅਸੀਂ ਬਾਈਬਲ 'ਚ ਉਹਨਾਂ ਨੇ ਪੜ੍ਹਿਆ ਹੁੰਦਾ ਵਾ ਕਿ ਜਿਹਨੇ ਵੀ ਪਿਤਾ ਪਰਮੇਸ਼ਵਰ ਦੇ ਵਚਨਾਂ ਦੇ ਖਿਲਾਫ ਕੁਝ ਕੀਤਾ ਵਾ, ਪਿਤਾ ਪਰਮੇਸ਼ਵਰ ਨੇ ਉਹਨਾਂ ਨੂੰ ਸਜ਼ਾ ਦਿੱਤੀ ਹੈ।
ਜਿਵੇਂ ਅਸੀਂ ਯਾਕੂਬ ਦੇਖਦੇ ਹਾਂ, ਯਾਕੂਬ ਨੇ ਆਪਣੇ ਪਿਤਾ ਨੂੰ ਧੋਖਾ ਦਿੱਤਾ, ਉਹਨੇ ਪਾਪ ਕੀਤਾ, ਅਤੇ ਅੱਗੇ ਯਾਕੂਬ ਦੇ ਪੁੱਤਰਾਂ ਨੇ ਉਹਨੂੰ ਧੋਖਾ ਦਿੱਤਾ। ਜੋ ਬੀਜਿਆ ਉਹਨੇ ਉਹ ਵੱਢਿਆ। ਇਸ ਲਈ ਉਹ ਆਪਣੇ ਮਨ 'ਚ ਡਰ ਰੱਖਦੇ ਆ ਕਿ ਨਹੀਂ, ਜੇ ਅਸੀਂ ਕੁਝ ਗਲਤ ਕਰਾਂਗੇ ਤਾਂ ਆਉਣ ਵਾਲੇ ਫਿਊਚਰ 'ਚ ਸਾਡੇ ਨਾਲ ਗਲਤ ਹੋਊਗਾ। ਉਹ ਆਪਣੇ ਮਨ 'ਚ ਆਪਣੇ ਪਰਮੇਸ਼ਰ ਪ੍ਰਭੂ ਯਿਸੂ ਜੀ ਦਾ ਡਰ ਰੱਖਦੇ ਆ। ਉਹ ਪਾਪ ਨਹੀਂ ਕਰਦੇ। ਉਹਨਾਂ ਨੂੰ ਪਤਾ ਕਿ ਜੇ ਸਾਡੇ ਮਨ 'ਚ ਡਰ ਹੋਊਗਾ ਤਾਂ ਅਸੀਂ ਪਾਪ ਨਹੀਂ ਕਰ ਸਕਦੇ। ਇਸ ਲਈ ਉਹ ਪਿਤਾ ਪਰਮੇਸ਼ਰ ਤੋਂ ਮੰਗਦੇ ਆ ਕਿ ਪਿਤਾ ਪਰਮੇਸ਼ਰ ਦਾ ਡਰ ਸਾਡੇ ਮਨ 'ਚ ਰਹੇ ਤਾਂ ਕਿ ਅਸੀਂ ਪਾਪ ਨਾ ਕਰ ਸਕੀਏ। ਉਹਨਾਂ ਦੇ ਮਨ 'ਚ ਪਰਮੇਸ਼ਰ ਦਾ ਡਰ ਰਹਿੰਦਾ। ਉਹ ਪਵਿੱਤਰਤਾ 'ਚ ਵੱਧਦੇ ਜਾਂਦੇ। ਉਹ ਪਰਮੇਸ਼ਵਰ ਦੇ ਪਾਪਾਂ ਤੋਂ ਦੂਰ ਰਹਿ ਕੇ, ਪ੍ਰਾਰਥਨਾ ਕਰਕੇ, ਬਾਈਬਲ ਪੜ੍ਹ ਕੇ, ਫਾਸਟਿੰਗ ਕਰਕੇ, ਬੀਜ ਬੋਝ ਕੇ, ਸਭ ਨੂੰ ਪਿਆਰ ਕਰਕੇ ਪਿਤਾ ਪਰਮੇਸ਼ਵਰ ਦੇ ਹੁਕਮਾਂ 'ਤੇ ਚੱਲ ਕੇ ਉਹ ਪਵਿੱਤਰਤਾ 'ਚ ਵੱਧਦੇ ਜਾਂਦੇ ਆ। ਪਵਿੱਤਰ ਆਤਮਾ ਨਾਲ ਭਰਪੂਰ ਹੁੰਦੇ ਜਾਂਦੇ ਆ ਅਤੇ ਆਪਣੇ ਪਿਤਾ ਪ੍ਰਭੂ ਯਿਸੂ ਜੀ ਦੇ ਕੰਮਾਂ ਨੂੰ ਜਾਣਨ ਲਈ, ਮਤਲਬ ਪ੍ਰਭੂ ਯਿਸੂ ਜੀ ਨੂੰ ਉਹ ਕੰਮਾਂ ਨੂੰ ਜਾਣਦੇ, ਮਤਲਬ ਜਦੋਂ ਪਵਿੱਤਰਤਾ 'ਚ ਵੱਧਦੇ ਜਾਂਦੇ ਆ ਤਾਂ ਉਹਨਾਂ ਨੂੰ ਪਤਾ ਲੱਗਦਾ, ਜਿਹੜੀ ਪਵਿੱਤਰ ਆਤਮਾ ਨੂੰ ਦੀ ਅਗਵਾਈ ਕਰਦੀ ਹੈ ਕਿ ਤੁਹਾਨੂੰ ਪਿਤਾ ਪਰਮੇਸ਼ਰ ਨੇ ਕਿਸ ਕੰਮ ਲਈ ਚੁਣਿਆ ਵਾ, ਅਤੇ ਫਿਰ ਉਹ ਉਸ ਕੰਮ ਨੂੰ ਪੂਰਾ ਕਰਦੇ ਆ ਜਿਸ ਕੰਮ ਲਈ ਪ੍ਰਭੂ ਯਿਸੂ ਜੀ ਨੇ ਉਹਨਾਂ ਨੂੰ ਚੁਣਿਆ ਵਾ। ਇਹਨਾਂ ਸਾਰੀਆਂ ਚੀਜ਼ਾਂ ਤੋਂ ਸਾਨੂੰ ਪਤਾ ਲੱਗਦਾ ਕਿ ਸੱਚਾ ਮਸੀਹ ਕਿਵੇਂ ਦਾ, ਉਹ ਪਰਮੇਸ਼ਵਰ 'ਤੇ ਬਿਲੀਵ ਰੱਖਦਾ, ਚਾਹੇ ਕਿੱਦਾਂ ਦਾ ਮਰਜ਼ੀ ਟਾਈਮ ਹੋ। ਉਹ ਪਿਤਾ ਪਰਮੇਸ਼ਵਰ ਦੀ ਮਹਿਮਾ ਕਰਦਾ, ਉਹ ਪ੍ਰਾਰਥਨਾ ਕਰਦਾ, ਬਾਈਬਲ ਪੜ੍ਹਦਾ, ਪਿਤਾ ਪਰਮੇਸ਼ਵਰ ਦੇ ਵਚਨਾਂ ਦਾ ਪ੍ਰਚਾਰ ਕਰਦਾ। ਉਹ ਇਹ ਨਹੀਂ, ਪਿਤਾ ਪਰਮੇਸ਼ਵਰ ਨੇ ਕਿਹਾ ਕਿ ਜਿਹਦੇ ਕੋਲ ਹੈ ਉਹਨੂੰ ਜ਼ਿਆਦਾ ਦਿੱਤਾ ਜਾਏਗਾ। ਜੋ ਮਤਲਬ ਅਸੀਂ ਦੇਖਦੇ ਨਾ ਬਾਈਬਲ ਦੇ ਵਿੱਚ, ਪਿਤਾ ਪਰਮੇਸ਼ਵਰ ਮਤਲਬ ਇੱਕ ਮਾਲਿਕ ਦੇ 3 ਨੌਕਰ ਸਨ। ਉਹਨੇ ਨੌਕਰ ਨੇ ਮਤਲਬ ਜਿਹੜੇ ਮਾਲਿਕ ਸੀ ਉਹਨੇ ਸਾਰਿਆਂ ਨੂੰ ਸੇਮ ਚੀਜ਼ ਦਿੱਤੀ। ਅਗਲੇ ਨੇ ਉਹਨੂੰ ਉਹਦਾ ਵਪਾਰ ਕਰਕੇ ਉਹਨੂੰ ਦੁੱਗਣਾ ਕਰ ਦਿੱਤਾ। ਦੋ ਨੇ ਦਾ ਵਪਾਰ ਕਰਕੇ ਦੁੱਗਣਾ ਕਰਤਾ, ਇੱਕ ਨੇ ਮਤਲਬ ਉਹਨੂੰ ਦੱਬ ਦਿੱਤਾ ਅਤੇ ਉਹਨੂੰ ਵਧਾਇਆ ਨਹੀਂ। ਅਤੇ ਜਦੋਂ ਮਾਲਿਕ ਦੁਬਾਰਾ ਆਇਆ, ਉਹਨਾਂ ਨੇ ਉਹਨੂੰ ਨਰਕ 'ਚ ਸੁੱਟ ਦਿੱਤਾ। ਇਹ ਮਤਲਬ ਪਿਤਾ ਪਰਮੇਸ਼ਰ ਮਤਲਬ ਉਹਨੂੰ ਬਾਹਰ ਸੁੱਟ ਦਿੱਤਾ, ਬਾਹਰ ਕਰ ਦਿੱਤਾ ਰਾਹ 'ਚੋਂ। ਇਹ ਪਿਤਾ ਪਰਮੇਸ਼ਰ ਆਪਣੇ ਵਚਨਾਂ ਬਾਰੇ ਦੱਸਦੇ। ਹੁਣ ਦੇਖੋ, ਪਿਤਾ ਪਰਮੇਸ਼ਰ ਸਾਨੂੰ ਸਾਰਿਆਂ ਨੂੰ ਸੇਮ ਵਚਨ ਦਿੰਦਾ ਹੈ। ਤੁਸੀਂ ਚੋਰੀ ਨਹੀਂ ਕਰਨੀ, ਝੂਠ ਮਤਲਬ ਸਭ ਕੁਝ ਪਿਤਾ ਪਰਮੇਸ਼ਰ ਤੁਹਾਨੂੰ ਸੇਮ ਦਿੰਦਾ। ਹੁਣ ਇਹ ਤਾਂ ਹੈ ਨਹੀਂ ਕਿ ਪਿਤਾ ਪਰਮੇਸ਼ਰ ਮੇਰੇ ਕੰਨ 'ਚ ਆ ਕੇ ਕੁਛ ਕਿਹਾ, ਤੁਹਾਡੇ ਕੰਨ 'ਚ ਕੁਛ ਕਿਹਾ, ਇੱਦਾਂ ਨਹੀਂ। ਪਿਤਾ ਪਰਮੇਸ਼ਰ ਤੁਹਾਨੂੰ ਬਾਈਬਲ 'ਚ ਸਭ ਨੂੰ ਸੇਮ ਦਿੰਦਾ, ਕਿਉਂਕਿ ਅਸੀਂ ਸਾਰੇ ਉਹਨਾਂ ਦੇ ਬੱਚੇ ਹਾਂ। ਪਰ ਅਸੀਂ ਇਹ ਸਾਡੇ 'ਤੇ ਡਿਪੈਂਡ ਕਰਦਾ, ਅਸੀਂ ਪਿਤਾ ਪਰਮੇਸ਼ਰ ਦੇ ਵਚਨਾਂ ਨੂੰ ਕਿੰਨਾ ਅੱਗੇ ਵਧਾਉਂਦੇ ਹਾਂ। ਅਸੀਂ ਕਿੰਨੇ ਲੋਕਾਂ ਨੂੰ ਪਿਤਾ ਪਰਮੇਸ਼ਰ ਦੇ ਵਚਨਾਂ ਬਾਰੇ ਦੱਸਦੇ ਹਾਂ। ਜੇ ਅਸੀਂ ਪਿਤਾ ਪਰਮੇਸ਼ਰ ਦੇ ਵਚਨਾਂ ਬਾਰੇ ਦੱਸਾਂਗੇ ਤਾਂ ਅਸੀਂ ਪਹਿਲੇ 2 ਨੌਕਰਾਂ 'ਚ ਗਿਣਾ ਜਾਵਾਂਗੇ, ਜਿਨ੍ਹਾਂ ਤੋਂ ਮਾਲਿਕ ਬਹੁਤ ਖੁਸ਼ ਸੀ, ਸਾਡੇ ਤੋਂ ਪਿਤਾ ਪਰਮੇਸ਼ਰ ਖੁਸ਼ ਹੋ ਗਏ। ਪਰ ਜੇ ਅਸੀਂ ਜਿਹੜਾ ਤੀਸਰਾ ਨੌਕਰ, ਜਿਹੜਾ ਮਾਲਿਕ ਦਾ ਜਿਹੜਾ ਤੁਹਾਨੂੰ ਦਬਾ ਦਿੱਤਾ ਸੀਗਾ, ਉਹਨੂੰ ਵਧਾਇਆ ਨਹੀਂ, ਜੇ ਅਸੀਂ ਉਹਨਾਂ ਬਾਰੇ ਕਹਾਂਗੇ ਤਾਂ ਪਿਤਾ ਪਰਮੇਸ਼ਰ ਕਹਿੰਦਾ ਕਿ ਜੋ ਤੁਹਾਡੇ ਕੋਲ ਹੈਗਾ ਉਹ ਵੀ ਲੈ ਲਿਆ ਜਾਏਗਾ। ਜਿਹੜੀ ਤੋਂ ਸਾਡੇ ਕੋਲ ਜਿੰਨੀ ਮਤਲਬ ਸਾਡੇ ਕੋਲ ਹੈਗਾ ਵਾ, ਜਿਹੜਾ ਆਤਮਾ ਦਾ ਧਨ ਹੈਗਾ ਸਭ ਤੋਂ, ਉਹ ਵੀ ਲੈ ਲਿਆ ਜਾਏਗਾ, ਕਿਉਂਕਿ ਉਸ ਨੂੰ ਵਧਾਇਆ ਨਹੀਂ ਆ। ਅਸੀਂ ਜਿਹੜੇ ਪਿਤਾ ਪਰਮੇਸ਼ਰ ਦੇ ਵਚਨਾਂ ਦਾ ਸਹੀ ਯੂਜ਼ ਨਹੀਂ ਕੀਤਾ। ਅਸੀਂ ਪਿਤਾ ਪਰਮੇਸ਼ਰ ਦੇ ਵਚਨਾਂ ਨਾਲ ਕਿਸੇ ਦੀ ਜ਼ਿੰਦਗੀ ਨਹੀਂ ਬਚਾਈ, ਕਿਸੇ ਨੂੰ ਪਾਪ 'ਚੋਂ ਡਿੱਗਣ ਤੋਂ ਨਹੀਂ ਬਚਾਇਆ। ਅਸੀਂ ਉਹਨਾਂ ਨਾਲ ਮਤਲਬ ਅੱਗੇ ਤੋਂ ਅੱਗੇ ਉਹਨਾਂ ਦਾ ਪ੍ਰਚਾਰ ਨਹੀਂ ਕੀਤਾ। ਲਈ ਪਿਤਾ ਪਰਮੇਸ਼ਰ ਦੇ ਸੱਚੇ ਮਸੀਹ ਪਿਤਾ ਪਰਮੇਸ਼ਰ ਦੇ ਵਚਨਾਂ ਦਾ ਪ੍ਰਚਾਰ ਕਰਦੇ ਆ। ਪਿਤਾ ਪਰਮੇਸ਼ਰ ਨੂੰ ਲਾਈਫ 'ਚ ਫਸਟ ਨੰਬਰ 'ਤੇ ਰੱਖਦੇ ਅਤੇ ਪਿਤਾ ਪਰਮੇਸ਼ਰ ਨੂੰ ਮਹਿਮਾ ਦਿੰਦੇ। ਅਤੇ ਆਪਾਂ ਜੇ ਦੇਖੀਏ, ਜੇ ਝੂਠੇ ਮਸੀਹ ਆ, ਝੂਠੇ ਮਸੀਹ ਨੂੰ ਹੁੰਦਾ ਦੁਨੀਆਦਾਰੀ ਦੇ ਪਹਿਲਾਂ ਸੋਚਦੇ। ਅੱਛਾ ਨਹੀਂ, ਮੈਂ ਤਾਂ ਇਹਨੂੰ ਬਹੁਤ ਪਿਆਰ ਕਰਦਾ, ਮੈਂ ਆਪਣੀ ਗਰਲਫਰੈਂਡ ਨੂੰ ਬਹੁਤ ਪਿਆਰ ਕਰਦਾ, ਮੈਂ ਆਪਣੀ ਬॉयਫ੍ਰੈਂਡ ਨੂੰ ਬਹੁਤ ਪਿਆਰ ਕਰਦੀ ਹਾਂ। ਪਿਤਾ ਪਰਮੇਸ਼ਰ ਕਹਿੰਦੇ ਸਭ ਤੋਂ ਪਹਿਲਾਂ ਮੈਨੂੰ ਰੱਖੋ। ਜਦੋਂ ਪਿਤਾ ਪਰਮੇਸ਼ਰ ਸਾਨੂੰ ਪਹਿਲਾਂ ਰੱਖਦੇ ਆ, ਫਿਰ ਸਾਡਾ ਵੀ ਤਾਂ ਮਤਲਬ ਬਣਦਾ ਹੈ ਕਿ ਅਸੀਂ ਵੀ ਆਪਣੇ ਪਿਤਾ ਪਰਮੇਸ਼ਰ ਨੂੰ ਫਸਟ ਰੱਖੀਏ। ਉਹਨੇ ਸਾਨੂੰ ਬਣਾਇਆ ਯਾਰ, ਉਹਨਾਂ ਨੇ ਸਾਨੂੰ ਆਪਣੀ ਜ਼ਿੰਦਗੀ ਦੀ ਸਾਨੂੰ ਜੋ ਚੀਜ਼ ਚਾਹੀਦੀ ਉਹਨੇ ਸਾਨੂੰ ਸਭ ਦਿੱਤੀ ਹੈ। ਪਿਤਾ ਜਿਹੜੇ ਝੂਠੇ ਮਸੀਹ ਦੁਨੀਆਦਾਰੀ ਦੀ ਸੋਚਦੇ ਆ। ਅੱਛਾ ਦੁਨੀਆ ਮਤਲਬ ਚੁਗਲੀ ਕਰਨਾ ਬੈਠੇ ਅਤੇ ਉੱਥੇ ਕਹੇਂਗੇ ਕਿ ਨਹੀਂ ਯਾਰ, ਮੈਂ ਤਾਂ ਮੇਰੇ ਪਿਤਾ ਪਰਮੇਸ਼ਰ ਦੇ ਵਚਨਾਂ 'ਚ ਲਿਖਿਆ ਚੁਗਲੀ ਨਹੀਂ ਕਰਨੀ, ਕਿਸੇ ਦੀ ਨਿੰਦਿਆ ਨਹੀਂ ਕਰਨੀ, ਕਿਸੇ ਦੀ ਜੱਜਮੈਂਟ ਨਹੀਂ ਕਰਨੀ। ਅੱਛਾ ਹੁਣ ਨਹੀਂ ਜਾਣਾ ਅਤੇ ਲੋਕ ਬੋਲ ਰਿਹਾ ਯਾਰ ਤੂੰ ਤਾਂ ਚੇਂਜ ਹੋ ਗਿਆ, ਜਦੋਂ ਤੂੰ ਮਸੀਹ 'ਚ ਗਿਆ ਤੂੰ ਤਾਂ ਚੇਂਜ ਹੋ ਗਿਆ, ਤੂੰ ਤਾਂ ਬਹਿੰਦਾ ਨਹੀਂ, ਜਾਂ ਯਾਰ ਅਸੀਂ ਤੇਰੇ ਨਾਲ ਗੱਲ ਨਹੀਂ ਕਰਦੇ। ਅਤੇ ਉਹ ਦੁਨੀਆਦਾਰੀ ਦੀ ਸੋਚ ਲੈਂਦੇ। ਪਰਮੇਸ਼ਰ ਦੇ ਵਚਨ ਨੂੰ ਛੱਡ ਦਿੱਤਾ, ਦੁਨੀਆਦਾਰੀ ਦੀ ਸੋਚ ਲਈ। ਨਾ ਯਾਰ, ਇਹ ਤਾਂ ਮੇਰੇ ਤੋਂ ਨਾਰਾਜ਼ ਹੋ ਗਏ, ਮੇਰਾ ਸਰਨਾ ਨਹੀਂ ਹੈਗਾ, ਮੈਂ ਗੱਲਬਾਤ ਕਿਹਨਾਂ ਕਰਿਆ ਕਰਨੀ, ਮੈਨੂੰ ਜੇ ਲੋੜ ਪਈ ਮੈਂ ਇਹਨਾਂ ਤੋਂ ਜਾਣਾ। ਉਸ ਟਾਈਮ 'ਤੇ ਸਵਾਰਥੀ ਬਣਿਆ, ਦੁਨੀਆਦਾਰੀ ਨੂੰ ਫਸਟ ਨੰਬਰ ਦਿੱਤਾ, ਪਿਤਾ ਪਰਮੇਸ਼ਰ ਦੇ ਵਚਨਾਂ ਨੂੰ ਛੱਡਤਾ, ਚੁਗਲੀ ਕਰਕੇ ਪਾਪ ਕੀਤਾ। ਕਹਿਣ ਲਈ ਮਸੀਹ ਦਿਖਾਉਂਦਾ ਹੈ ਕਿ ਦੁਨੀਆ 'ਚ ਬੋਲਦਾ ਕਿ ਮੈਂ ਤਾਂ ਮਸੀਹ ਹਾਂ ਜੀ, ਮੈਂ ਚਰਚ 'ਚ ਜਾਂਦਾ ਵਾਂ। ਚਰਚ 'ਚ ਜਾਣਾ, ਪਿਤਾ ਪਰਮੇਸ਼ਰ ਦੇ ਵਚਨਾਂ ਨੂੰ ਸੁਣਨਾ ਸਹੀ ਹੈ। ਪਿਤਾ ਪਰਮੇਸ਼ਰ ਦੇ ਵਚਨ ਨੂੰ ਸੁਣੋ। ਪਿਤਾ ਪਰਮੇਸ਼ਰ ਕਹਿੰਦੇ ਸਮਝੋ ਵੀ,
मतलब इन्हां ते मनन भी करो। हुण मैं चर्च च गई, मैं हुण मतलब 2 इंसान चर्च च गया, एक इंसान चर्च च गया, उन्हें मतलब वचन सुने, प्रार्थना की, घरे आ गया वापस, ते घरे आके वही चुगलियां चोरियां निंदया सब सेम चीज़ जो चर्च जान तो पहला सी, चर्च तो आके भी उन्हें वही चीज़ की। एक इंसान जेड़ा गया था पापी सी, पाप करता सी, उदों गया चर्च जाके अपने गुनाह की माफ़ी मंगी, प्रार्थना की, बाइबल के वचन सुने, ते आके पिता परमेश्वर के वचनों ते चलना स्टार्ट कर दिता। चोरी नहीं की, चुगली नहीं की, अपनी जिंदगी में पिता परमेश्वर के वचनों ते चलाना स्टार्ट करता कि जितना मेरे पिता परमेश्वर के वचन कहते हैं ये जिंदगी उदा ही चलूगी। वो सच्चे मसीह की निशानी है। ਜਿਹੜੇ ਝੂਠੇ मसीह है वो चाहे चर्च जाते उन्हें इन्ना कोई फर्क नहीं पैंदा, क्योंकि ਹੁੰਦਾ ना एक ਕੰਨ ਚੋਂ ਕੱਢ ਕੇ ਦੂਜੇ ਕੰਨ ਚੋਂ ਕੱਢ ਦਿੰਦੇ, ਉਹ ਇਹ ਹਿਸਾਬ ਕਰਦੇ। ਝੂਠੇ ਮਸੀਹ ਐਵੇਂ ਦੇ ਹੁੰਦੇ ਆ। ਚਰਚ ਜਾਣ ਨਾਲ ਕੋਈ ਸੱਚਾ ਮਸੀਹ ਨਹੀਂ ਬਣ ਜਾਂਦਾ। सच्चा मसीह हो जो पिता परमेश्वर के वचनों पर चलता है। चर्च जाना बहुत अच्छी गल है, सानू पिता परमेश्वर के वचनों बारे पता लगता, पर सिर्फ सुनना। हुण मान लो कि असी हुण एक बच्चा है, टीचर ने लैसन समझाया, एक बच्चे ने सुनिया, चलो जी घरे जाके रीड नहीं किया, कुछ नहीं किया, सुनिया तो अगले दिन चेता भुल गया। एक बच्चा जिन्हें लैसन सुनिया उन्हें घरे जाके वह पढ़िया भी कि मैं मतलब जो टीचर ने समझाया सी उन्होंने दोबारा समझा, तो अगले दिन उन्हें परमेश्वर ने उन्होंने अपने टीचर ने सुनाया, तो टीचर बहुत हैप्पी होए कि इन्हें मैंने सुनाया। एवं जीजस है, जो असी जीजस से सानू वचन, असी जीजस से वचन सुनते हैं, जो आंदा समा निकलता जीजस के असी वचन सुने। एक वो है जो साडी परीक्षा है, जो शैतान साडी परीक्षा लैंदा कि एक इंसान है, जो 2 इंसान, एक इंसान जो शैतान ने परीक्षा ली, एक इंसान ने वचन सुने, पर जो शैतान ने अटैक किया परमेश्वर के वचन भुल गया, याद ही नहीं पिता परमेश्वर ने की क्या सी वचन च की क्या सी, भुल गया, शैतान ने अटैक किया तो बुरा हाल हो गया। एक इंसान जिन्हें पिता परमेश्वर के वचन सुने, उन्होंने मनन किया, उन्होंने अपनी जिंदगी चलाई, शैतान ने अटैक किया, शैतान को शर्मिंदा किया परमेश्वर के नाम च, वचनों के नाल शैतान को शर्मिंदा किया ते अपनी जिंदगी को सक्सैस बनाया। इसलिए पिता परमेश्वर के वचनों का ज्ञान सानू होना बहुत जरूरी है। ਜਿਹੜੇ ਝੂਠੇ ਮਸੀਹ ਆ ਉਹ ਪਰਮੇਸ਼ਵਰ 'ਤੇ ਬਿਲੀਵ ਨਹੀਂ ਰੱਖਦੇ। ਉਹ ਕਹਿੰਦਾ ਨਹੀਂ ਯਾਰ ਮੈਨੂੰ ਨਹੀਂ ਬੁਲਾਉਣਾ ਚਾਹੁੰਦਾ, ਜੇ ਕੱਲ੍ਹ ਪੈਸੇ ਦੀ ਲੋੜ ਪਈ ਇਹ ਤੋਂ ਲੈਣੀ ਹੈ, ਅੱਛਾ ਪੈਸੇ ਦੀ ਲੋੜ ਆ, ਉਹ ਪਰਮੇਸ਼ਵਰ ਨੂੰ ਨਹੀਂ ਕਹਿੰਦਾ ਕਿ ਪਿਤਾ ਪਰਮੇਸ਼ਵਰ ਮੇਰੀ ਹੈਲਪ ਕਰੋ। ਉਹ ਲੋਕਾਂ ਦੇ ਅੱਗੇ ਜਾ ਕੇ ਕਹਿੰਦਾ ਹਾਏ ਮੈਨੂੰ ਪੈਸੇ ਦੇ ਦਿਓ, ਹਾਏ ਮੈਨੂੰ ਪੈਸੇ ਦੇ ਦਿਓ, ਮੈਨੂੰ ਪੈਸੇ ਦੇ ਦਿਓ, ਲੋਕਾਂ ਤੋਂ ਅੱਗੋਂ ਮੰਗਦੇ ਆ। ਉਹ ਪਰਮੇਸ਼ਵਰ ਤੋਂ ਨਹੀਂ ਮੰਗਦੇ ਕਿ ਪਿਤਾ ਪਰਮੇਸ਼ਵਰ ਮੇਰੀ ਹੈਲਪ ਕਰੋ, ਉਹ ਲੋਕਾਂ ਨੂੰ ਕਹਿੰਦਾ, ਉਹ ਲੋਕਾਂ 'ਤੇ ਬਿਲੀਵ ਕਰਦੇ ਪਰਮੇਸ਼ਵਰ 'ਤੇ ਨਹੀਂ। ਉਹ ਪਿਤਾ ਪਰਮੇਸ਼ਵਰ ਦੇ ਵਚਨਾਂ ਦੇ ਵਿਰੁੱਧ ਕੰਮ ਕਰਦੇ। ਕਹਿਣ ਲਈ ਉਹ ਮਸੀਹ ਹੈ, सिर्फ कहन ली, शरीर तो मसीह है कि सिर्फ दुनिया में मूँह तो जुबान तो कहने लिए मसीह है, पर आत्मा चो पापी है जिमें दूजे लोग है। वो परमेश्वर के वचनों के विरुद्ध काम करता, चोरी करता, चुगली करता, व्यभिचार करता, हर वो गलत काम करता जो वचनों के खिलाफ है। पाप करके शैतान की गुलामी करता। जो असी परमेश्वर के काम करते हैं असी परमेश्वर के बच्चे कहलाए जाते हैं, तो जो असी पाप करते हैं शैतान की गुलामी करते। शैतान किसी का बाप नहीं बनता, शैतान गुलाम बनाता है हमेशा। पिता परमेश्वर है जो सानू अपना बच्चा बनाते हैं, पर शैतान सिर्फ गुलाम बनाता है। तो जो पाप कर करके शैतान के गुलाम बन चुके हैं, मतलब जिंदगी से शैतान काम करता है, वो शैतान की मर्जी पूरी करता है। शैतान कहता है चोरी कर लेंदा है, शैतान कहता है ये तू ना व्यभिचार कर, वो व्यभिचार कर लेंदा, वो शैतान की मर्जी पूरी करते हैं अपनी जिंदगी से। ये हुण तुहाडे ते है, ये हुण तुहाडे ते है कि तुसीं किहदी मर्जी पूरी करनी है, परमेश्वर की कि शैतान की, परमेश्वर के बच्चे बनना कि शैतान के गुलाम बनना, ये तुहाडे ते डिपेंड करता। तुसीं की बनना चाहते हो, किसी का गुलाम बनना चाहते हो, किसी का बच्चा बनना चाहते हो। परमेश्वर वो जिन्हें दुनिया की हर शै नूं बनाया, समुंदर धरती आसमान स्वर्ग, ये धरती नूं सिरजण वाला परमेश्वर है। तुसीं ओहदे बच्चे बनना जे शैतान जिहड़ा धरती का नाश करन लई है ओहदा बनना, तुहाडे ते डिपेंड करदा। पिता परमेश्वर ने हमेशा यह अधिकार सानू दिता है कि तुसीं चुनो, परमेश्वर ने चुनना कि शैतान नूं चुनना।
ਇਹ ਪਿਤਾ ਪਰਮੇਸ਼ਵਰ ਨੇ ਸਾਡੇ 'ਤੇ ਰੱਖਿਆ ਕਿ ਤੁਸੀਂ ਦੇਖੋ ਕਿ ਤੁਸੀਂ ਕਿਹਨੂੰ ਚੁਣਨਾ, ਪਰਮੇਸ਼ਵਰ ਨੂੰ ਚੁਣਨਾ ਕਿ ਸ਼ੈਤਾਨ ਨੂੰ ਚੁਣਨਾ। ਸਿਰਫ ਸਾਡੀ ਇੱਕ ਸਹੀ ਫੈਸਲਾ ਸਾਡੀ ਜ਼ਿੰਦਗੀ ਨੂੰ ਸਹੀ ਕਰ ਦਿੰਦਾ। ਜੇ ਅਸੀਂ ਪਰਮੇਸ਼ਵਰ ਨੂੰ ਚੁਣ ਲਿਆ ਤਾਂ ਲਾਸਟ ਟਾਈਮ ਤੱਕ ਬੈਸਟ ਟੂ ਬੈਸਟ, ਜਿੱਦਾਂ ਦਿਨ ਤੋਂ ਦਿਨ ਅੱਗੇ ਆਉਂਦਾ ਨਾ ਉਵੇਂ ਬੈਸਟ ਟੂ ਬੈਸਟ। ਅੱਜ ਬੈਸਟ ਹੋਇਆ, ਅਗਲਾ ਦਿਨ ਚੜ੍ਹਿਆ ਉਸ ਤੋਂ ਬੈਸਟ, ਅਗਲਾ ਦਿਨ ਆਇਆ ਉਸ ਤੋਂ ਬੈਸਟ। ਪਿਤਾ ਪਰਮੇਸ਼ਵਰ ਦੇ ਨਾਮ 'ਚ ਬੈਸਟ ਟੂ ਬੈਸਟ, ਬੈਸਟ ਟੂ ਬੈਸਟ ਸਕਸੈਸ ਦੀ ਪੌੜੀ ਚੜ੍ਹਦੇ ਰਹਿੰਦੇ ਹਾਂ। ਹੈਰਾਨ ਹੋ ਜਾਂਦੇ ਆਪਣੀ ਜ਼ਿੰਦਗੀ 'ਚ ਕਿ ਇਹ ਕੀ ਹੋ ਰਿਹਾ, ਪਰਮੇਸ਼ਵਰ ਇਹ ਕੀ ਕਰ ਰਿਹਾ। ਹੈਰਾਨ ਹੋ ਜਾਂਦੇ ਕਿ ਇੰਨੀ ਸਕਸੈਸ। ਅਤੇ ਜਦੋਂ ਫਿਰ ਸ਼ੈਤਾਨ ਨੂੰ ਚੁਣ ਲੈਂਦੇ ਹਾਂ, ਫਿਰ ਸ਼ੈਤਾਨ ਨੀਵਾਂ ਕਰਦਾ ਰਹਿੰਦਾ। ਪਿਤਾ ਪਰਮੇਸ਼ਵਰ ਸਾਨੂੰ ਪੌੜੀਆਂ ਚੜ੍ਹਾਉਂਦੇ ਹੈ, ਅਸੀਂ ਨੀਚੇ ਤੋਂ ਫਲੋਰ ਤੋਂ ਉੱਪਰ ਨੂੰ ਚੜ੍ਹਦੇ ਜਾਂਦੇ ਹਾਂ, ਉੱਪਰ ਨੂੰ ਵੱਧਦੇ ਜਾਂਦੇ ਪਿਤਾ ਪਰਮੇਸ਼ਵਰ ਦੇ ਨਾਮ 'ਚ। ਅਤੇ ਜਦੋਂ ਅਸੀਂ ਸ਼ੈਤਾਨ ਕੋਲ ਆਉਂਦੇ ਹਾਂ, ਅਸੀਂ ਉੱਪਰ ਵੀ ਖੜ੍ਹੇ ਹੋਈਏ, ਸ਼ੈਤਾਨ ਸਾਨੂੰ ਥੱਲੇ ਤਾਰਦਾ ਰਹਿੰਦਾ। ਜੇ ਥੱਲੇ ਖੜ੍ਹਿਆ ਉਹ ਫਿਰ ਸਾਨੂੰ ਧਰਤੀ ਦੇ ਅੰਦਰ ਹੀ ਵਾੜਦਾ ਰਹਿੰਦਾ। ਸ਼ੈਤਾਨ ਸਾਨੂੰ ਨੀਚੇ ਖਿੱਚ ਰਹਿੰਦਾ। ਸਾਡੀ ਸਕਸੈਸ, ਜੋਬ ਚਲ ਜਾਂਦੀ ਹੈ, ਪਾਪ ਕਰਕੇ ਲੋਕਾਂ ਨੂੰ ਉਹਨਾਂ ਦੀ ਫੈਮਲੀਆਂ ਛੱਡ ਦਿੰਦੀਆਂ, ਸਭ ਕੁਝ ਫਲੋਪ ਹੋ ਜਾਂਦਾ, ਇਕੱਲਾ ਬਚ ਜਾਂਦਾ। ਫਿਰ ਪਤਾ ਲੱਗਦਾ ਸ਼ੈਤਾਨ ਪਾਪ ਕਰਾਈ ਜਾ ਰਿਹਾ, ਰੂਹ ਗੰਦੀ ਕਰ ਲਈ ਆਪਦੀ। ਦੁਨੀਆ ਦੇ ਕੰਮ ਕਰਨ ਆਇਓ, ਚੰਗਾ ਹੈ ਕਿ ਪਰਮੇਸ਼ਵਰ ਦੇ ਕੰਮ ਕਰੋ। ਜੇ ਪਰਮੇਸ਼ਵਰ ਦੇ ਨਾਲ ਜੁੜੋਗੇ ਤਾਂ ਸਦਵੀ ਜੀਵਨ ਪਾਓਗੇ। ਪਿਤਾ ਪਰਮੇਸ਼ਵਰ ਦੇ ਵਚਨ ਕਹਿੰਦਾ ਹੈ, ਮੈਂ ਸਦਵੀ ਜੀਵਨ ਦਾ ਭੋਜਨ ਹਾਂ। ਇਹ ਸਦਵੀ ਜੀਵਨ ਦਾ ਭੋਜਨ ਖਾਓ ਅਤੇ ਸ਼ੈਤਾਨ ਨਾਸ਼ ਦਾ ਭੋਜਨ ਖਾ ਲਓ। ਫਿਰ ਡਿਪੈਂਡ ਤੁਹਾਡੇ 'ਤੇ ਕਰਦਾ ਕਿ ਤੁਸੀਂ ਸਦਵੀ ਜੀਵਨ ਦਾ ਭੋਜਨ ਖਾਣਾ ਹੈ ਕਿ ਨਾਸ਼ ਕਰਨ ਵਾਲਾ। ਸਦਵੀ ਜੀਵਨ ਦਾ ਭੋਜਨ ਖਾਣਾ ਤਾਂ ਪਰਮੇਸ਼ਵਰ ਨਾਲ ਛੁੜੋ, ਅਤੇ ਨਾਸ਼ ਹੋਣ ਵਾਲਾ ਭੋਜਨ ਖਾਣਾ ਫਿਰ ਪਾਪਾਂ ਵਿੱਚ ਤਾਂ ਹੈਗੇ ਹੀ ਆ, ਫਿਰ ਪਾਪ ਕਰਦੇ ਰਹੋ, ਅੱਗ ਦੇ ਵਿੱਚ ਜਾਓ। ਜਿੱਦਾਂ ਪਿਤਾ ਪਰਮੇਸ਼ਵਰ ਨੇ ਲੂਸੀਫਰ ਨੂੰ, ਸ਼ੈਤਾਨ ਨੂੰ ਪਾਪ ਉਹਦੇ 'ਚ ਅੱਗ ਵਿੱਚ ਸੁੱਟਿਆ ਸੀ, ਉਵੇਂ ਪਿਤਾ ਪਰਮੇਸ਼ਵਰ ਸ਼ੈਤਾਨ ਦੇ ਗੁਲਾਮਾਂ ਨੂੰ ਵੀ ਅੱਗ 'ਚ ਸੁੱਟਣਗੇ। ਅਤੇ ਪਿਤਾ ਪਰਮੇਸ਼ਵਰ ਆਪਣੇ ਬੱਚਿਆਂ ਨੂੰ ਸਵਰਗ 'ਚ ਲੈ ਕੇ ਜਾਣਗੇ। ਇਸ ਲਈ ਤੁਸੀਂ ਦੇਖ ਲਓ ਕਿ ਤੁਸੀਂ ਕੀ ਕਰਨਾ। ਪਿਤਾ ਪਰਮੇਸ਼ਵਰ ਨਾਲ ਜੁੜੋ, ਅੰਤਰਾ ਸਮਾਂ ਬਹੁਤ ਨੇੜੇ ਹੈ। ਹਰ ਵਾਰੀ ਵੀਡੀਓ 'ਚ ਬੋਲਿਆ ਕਿ ਅੰਤਰਾ ਸਮਾਂ ਬਹੁਤ ਨੇੜੇ ਹੈ। ਬਾਈਬਲ ਪੜ੍ਹੋ, ਤੁਹਾਨੂੰ ਸਭ ਪਤਾ ਲੱਗੇਗਾ ਕਿ ਅੰਤਰਾ ਸਮਾਂ ਕਿੰਨਾ ਨੇੜੇ ਹੈ। ਬਾਈਬਲ ਇੱਕ ਪਵਿੱਤਰ ਬਾਈਬਲ ਜੋ ਹੈ, ਉਹ ਪਿਤਾ ਪਰਮੇਸ਼ਵਰ ਨੇ ਸਾਨੂੰ ਐਵੇਂ ਦੀ ਚੀਜ਼ ਦਿੱਤੀ ਹੈ ਜੋ ਸਾਡੀ ਜ਼ਿੰਦਗੀ 'ਚ ਪ੍ਰੋਬਲਮ ਹੈ, ਹਰ ਚੀਜ਼ ਦਾ ਉਹਦੇ ਵਿੱਚ ਹੱਲ ਹੈ। ਹਰ ਚੀਜ਼ ਦਾ ਉਸ ਚੀਜ਼ 'ਚ ਆਨਸਰ ਹੈ, ਹਰ ਚੀਜ਼ ਦਾ, ਚਾਹੇ ਉਹ ਕੋਈ ਵੀ ਹੈ। ਬਾਈਬਲ ਦੇ ਵਿੱਚ ਸਾਨੂੰ ਪਿਤਾ ਪਰਮੇਸ਼ਵਰ ਦਾ ਪਿਆਰ ਦੱਸਿਆ ਹੋਇਆ ਵਾ। ਹੁਣ ਦੇਖ ਲਓ, ਅੱਜ ਸਾਨੂੰ ਕੋਈ ਕਹੇ ਕਿ ਤੁਸੀਂ ਆਪਣੇ ਇਕਲੌਤੇ ਪੁੱਤਰ ਨੂੰ ਕੁਰਬਾਨ ਕਰ ਦਿਓ, ਸਾਡੀ ਜਾਨ ਨਿਕਲ ਜਾਂਦੀ ਹੈ। ਹਾਏ ਰੱਬਾ, ਇਕਲੌਤਾ ਤਾਂ ਹੈਗਾ, ਉਹਨੇ ਵੀ ਕੁਰਬਾਨ ਕਰ ਦਿਆ। ਦੇਖੋ ਪਰਮੇਸ਼ਵਰ ਨੇ ਸਾਨੂੰ ਕਿੰਨਾ ਪਿਆਰ ਕੀਤਾ, ਉਹਨਾਂ ਨੇ ਆਪਣੇ ਇਕਲੌਤੇ ਪੁੱਤਰ ਪ੍ਰਭੂ ਯੀਸ਼ੂ ਜੀ ਨੂੰ ਸਾਡੇ ਲਈ ਕੁਰਬਾਨ ਕਰ ਦਿੱਤਾ। ਉਹ ਵੀ ਆਪਣੇ ਪੁੱਤਰ ਨੂੰ ਪਿਆਰ ਕਰਦੇ ਸੀ, ਪਰ ਉਹ ਸਾਨੂੰ ਵੀ ਪਿਆਰ ਕਰਦੇ ਸੀ। ਇਸ ਲਈ ਪਿਤਾ ਪਰਮੇਸ਼ਵਰ ਨੇ ਆਪਣੇ ਇਕਲੌਤੇ ਪੁੱਤਰ ਨੂੰ ਸਾਡੇ ਲਈ ਕੁਰਬਾਨ ਕਰ ਦਿੱਤਾ। ਅਤੇ ਪ੍ਰਭੂ ਯੀਸ਼ੂ ਜੀ ਦੇਖੋ ਸਾਨੂੰ ਕਿੰਨਾ ਪਿਆਰ ਕਰਦੇ ਆ। ਪ੍ਰਭੂ ਯੀਸ਼ੂ ਜੀ ਨੇ ਪਤਾ ਵੀ ਸੀਗਾ ਕਿ ਉਹਨਾਂ ਨਾਲ ਇੰਨਾ ਗੰਦਾ ਸਲੂਕ ਕੀਤਾ ਜਾਏਗਾ, ਉਹਨਾਂ ਤੋਂ ਕੋੜੇ ਮਰ ਜਾਊਗੇ, ਉਹਨਾਂ ਨੇ ਇੱਦਾਂ ਮਤਲਬ ਉਹਨਾਂ ਦੇ ਕੰਡਿਆਂ ਦਾ ਤਾਜ ਪੱਲਿਆ ਜਾਊਗਾ, ਲੋਕ ਉਹਨਾਂ ਨਾਲ ਕਿੱਦਾਂ ਦਾ ਸਲੂਕ ਕਰਨਗੇ। ਪਰ ਫਿਰ ਵੀ ਪਿਤਾ ਪਰਮੇਸ਼ਵਰ ਨੇ ਸਾਨੂੰ ਪਿਆਰ ਕੀਤਾ। ਪਿਤਾ ਪਰਮੇਸ਼ਵਰ ਪ੍ਰਭੂ ਯੀਸ਼ੂ ਜੀ ਸੂਲੀ 'ਤੇ ਚੜ੍ਹ ਗਏ। ਕਿਉਂ? ਕਿਉਂਕਿ ਸਾਨੂੰ ਪਿਆਰ ਕਰਦੇ ਸੀ। ਦੁਨੀਆ ਦੇ ਪ੍ਰਭੂ ਯੀਸ਼ੂ ਜੀ ਵਰਗਾ ਪਿਆਰ ਸਾਨੂੰ ਕੋਈ ਨਹੀਂ ਕਰ ਸਕਦਾ, ਸਾਡੇ ਮਾਂ ਪਿਓ ਵੀ ਨਹੀਂ ਕਰਦਾ। ਇਸ ਲਈ ਤੁਸੀਂ ਦੇਖੋ ਕਿ ਤੁਸੀਂ ਆਪਣੀ ਜ਼ਿੰਦਗੀ 'ਚ ਕਿਹਦੇ ਕੰਮ ਕਰਨੇ ਹੈ, ਪਰਮੇਸ਼ਵਰ ਦੇ ਕਿ ਸ਼ੈਤਾਨ ਦੇ। ਮੈਂ ਪਿਤਾ ਪਰਮੇਸ਼ਵਰ ਪ੍ਰਭੂ ਯੀਸ਼ੂ ਮਸੀਹ ਦੇ ਨਾਮ 'ਚ ਮੰਗਦਾ ਕਿ ਪਿਤਾ ਪਰਮੇਸ਼ਵਰ ਤੁਹਾਨੂੰ ਸਾਰਿਆਂ ਨੂੰ ਬਲੈਸ ਕਰਨ। ਪਿਤਾ ਪਰਮੇਸ਼ਵਰ ਤੁਹਾਨੂੰ ਸਾਰਿਆਂ ਨੂੰ ਆਪਣੀ ਕੰਮ ਤੁਹਾਡੀ ਜ਼ਿੰਦਗੀ 'ਚ ਜ਼ਾਹਿਰ ਕਰਨ ਕਿ ਤੁਹਾਨੂੰ ਪਿਤਾ ਪਰਮੇਸ਼ਵਰ ਨੇ ਜਿਨ੍ਹਾਂ ਕੰਮਾਂ ਲਈ ਚੁਣਿਆ, ਪਿਤਾ ਪਰਮੇਸ਼ਵਰ ਤੁਹਾਨੂੰ ਸੱਚੇ ਮਸੀਹ ਬਣਾਉਣ। ਜੇ ਝੂਠੇ ਮਸੀਹ ਹੋ ਤਾਂ ਆਪਣੀ ਜ਼ਿੰਦਗੀ ਬਦਲੋ, ਸੱਚੇ ਮਸੀਹ ਬਣੋ। ਪਿਤਾ ਪਰਮੇਸ਼ਵਰ ਤੁਹਾਡੀ ਜ਼ਿੰਦਗੀ 'ਚ ਆਪਣੇ ਕਰਿਸ਼ਮੇ, ਆਪਣੇ ਅਚੰਭੇ ਕੰਮਾਂ ਨੂੰ ਕਰ ਸਕਣ, ਅਤੇ ਜਿਸ ਕੰਮ ਲਈ ਤੁਹਾਨੂੰ ਪਿਤਾ ਪਰਮੇਸ਼ਵਰ ਨੇ ਚੁਣਿਆ ਉਹ ਕੰਮ ਨੂੰ ਤੁਸੀਂ ਕਰ ਸਕੋ। ਗੋਡ ਬਲੈਸ ਯੂ। ਪਿਤਾ ਪਰਮੇਸ਼ਵਰ ਤੁਹਾਨੂੰ ਸਾਰਿਆਂ ਨੂੰ ਬਲੈਸ ਕਰਨ। ਜੈ ਮਸੀਹ।